ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ ਆਪਾਂ 8-9 ਮੁੱਦੇ ਤੁਹਾਡੇ ਨਾਲ ਸਾਂਝੇ ਕਰਨੇ। ਸਭ ਤੋਂ ਪਹਿਲਾ ਮੁੱਦਾ ਫਲੂ ਬਾਰੇ। ਕੱਲ੍ਹ ਆਪਾਂ ਇੱਕ ਖਬਰ ਕੀਤੀ ਸੀ ਕਿ ਕਲੋਨਾ ਦੇ ਵਿੱਚ ਇੱਕ ਬੱਚੀ ਦੀ ਮੌਤ ਹੋਈ ਹੈ। 6 ਬੱਚਿਆਂ ਦੀ ਮੌਤ BC ਦੇ ਵਿੱਚ ਫਲੂ ਨਾਲ ਹੋ ਚੁੱਕੀ ਹੈ। ਦੂਜਾ ਮਾਮਲਾ ਵੈਨਕੂਵਰ ਪੁਲਿਸ ਬਾਰੇ। ਉਹਨਾਂ ਦੀ ਵਰਦੀ ਦੇ ਉੱਤੇ ਹੁਣ ਕੈਮਰੇ ਲੱਗ ਜਾਣੇ ਆ ਤਾਂ ਕਿ ਪਤਾ ਲੱਗੇ ਪੁਲਿਸ ਕੀ ਸਹੀ ਕਰਦੀ ਹੈ, ਕੀ ਗਲਤ ਕਰਦੀ ਹੈ। ਤੀਜੀ ਗੱਲਬਾਤ ਗ੍ਰੈਂਡ ਪੇਰੈਂਟਸ ਸਕੈਮ ਬਾਰੇ। ਇੱਕ ਕੈਨੇਡਾ ਦੇ ਵਿੱਚ ਗ੍ਰੈਂਡ ਪੇਰੈਂਟ ਸਕੈਮ ਹੋ ਰਿਹਾ, ਇਹ ਕੀ ਆ ਉਹਦੇ ਬਾਰੇ ਕੁਛ ਆਪਾਂ ਗੱਲਬਾਤ ਤੁਹਾਡੇ ਨਾਲ ਕਰਨੀ ਹੈ। ਅਤੇ ਤੀਜੀ ਗੱਲਬਾਤ ਜਿਹੜੀ ਖਾਸ ਤੌਰ 'ਤੇ ਕਰਨੀ ਆ ਆਪਾਂ, ਓਨਟਾਰੀਓ ਦੇ ਡਾਕਟਰਾਂ ਦਾ ਇੱਕ ਨਵਾਂ ਸੰਕਟ ਸਾਹਮਣੇ ਆ ਰਿਹਾ। ਇੱਕ ਤਾਂ ਲੋਕਾਂ ਨੂੰ ਡਾਕਟਰ ਮਿਲ ਨਹੀਂ ਰਹੇ, ਪਰ ਜਿਹਨਾਂ ਲੋਕਾਂ ਕੋਲ ਡਾਕਟਰ ਹੈਗੇ ਉਹ ਡਾਕਟਰ ਹੀ ਕਹੀ ਜਾਂਦੇ ਕਿ ਤੁਸੀਂ ਹੁਣ ਚਲੇ ਜਾਓ। ਅਲਬਰਟਾ ਦੇ ਵਿੱਚ ਟ੍ਰੇਲਰ ਚੋਰੀ ਹੋਇਆ, ਉਹਦੇ ਬਾਰੇ ਵੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਬੱਚਿਆਂ ਨੂੰ ਸਜ਼ਾ ਸੰਬੰਧੀ ਇੱਕ ਕਾਨੂੰਨ ਦੀ ਚਰਚਾ ਹੋ ਰਹੀ ਆ। ਵੈਨਕੂਵਰ ਦੇ ਸਕੂਲ ਦੇ ਵਿੱਚ ਇੱਕ ਖਾਣੇ ਦਾ ਮਾਮਲਾ, ਇੱਕ ਕੇਸ ਸੀਗਾ, ਉਹਦੇ ਵਿੱਚ ਕੀ ਅਪਡੇਟ ਆ ਉਹ ਦੇਖਾਂਗੇ। ਅਲਬਰਟਾ ਦੇ ਵਿੱਚ ਔਰਤਾਂ ਦੇ ਸ਼ੈਲਟਰ ਦੇ ਵਿੱਚ ਮੰਗ ਵੱਧ ਗਈ ਆ। ਅਤੇ ਕੱਲ੍ਹ ਜਿਹੜੀ ਖਬਰ ਕੀਤੀ ਸੀ ਕਿ RCMP ਦੇ ਇੱਕ ਇਹੋ ਜਿਹੀ ਕੰਪਨੀ ਦੇ ਨਾਲ ਕੰਟਰੈਕਟ ਹੋ ਗਿਆ ਜਿਹਦੇ ਸੰਬੰਧ ਚੀਨ ਦੇ ਨਾਲ ਅੱਜ ਖਬਰ ਇਹ ਆ ਕਿ ਉਹ ਕੰਟਰੈਕਟ ਤੋੜ ਲਿਆ ਗਿਆ। ਸਭ ਤੋਂ ਪਹਿਲੀ ਗੱਲਬਾਤ ਫਲੂ ਬਾਰੇ। BC ਦੇ ਵਿੱਚ ਫਲੂ ਦੀ ਹਾਲਤ ਮਾੜੀ ਹੈ ਇਸ ਵੇਲੇ। BC ਦੇ ਹੈਲਥ ਅਫੀਸ਼ੀਅਲਸ ਨੇ ਜਿਹੜੀ ਕਨਫਰਮੇਸ਼ਨ ਦਿੱਤੀ ਹੈ ਕਿ 6 ਬੱਚਿਆਂ ਦੀ ਮੌਤ ਹੋ ਚੁੱਕੀ ਆ ਫਲੂ ਰਿਲੇਟਡ ਇਲਨੈਸ ਦੇ ਨਾਲ ਇਸ ਸੀਜ਼ਨ ਦੇ ਵਿੱਚ। ਆਮ ਤੌਰ 'ਤੇ ਕੋਈ 1-2 ਕੈਜੂਅਲਿਟੀਜ਼ ਹੋ ਜਾਂਦੀਆਂ ਪੂਰੇ ਸੀਜ਼ਨ ਦੇ ਵਿੱਚ ਜਦੋਂ ਫਲੂ ਹੁੰਦਾ, ਪਰ ਹੁਣ ਹੀ ਅਜੇ ਜਿਹੜਾ ਦਸੰਬਰ ਮਹੀਨੇ ਦਾ ਪਹਿਲਾ ਹਫ਼ਤਾ ਹੀ ਆ ਅਤੇ ਇੱਥੇ ਤੱਕ ਆਉਂਦੇ 6 ਬੱਚਿਆਂ ਦੀ ਮੌਤ ਹੋ ਗਈ ਹੈ। ਬਹੁਤ ਚਿੰਤਾਜਨਕ ਆ, ਪਹਿਲੇ ਵੇਲਿਆਂ ਨਾਲੋਂ ਬਹੁਤ ਜ਼ਿਆਦਾ ਆ। ਹੁਣ ਇਹ ਇਨਫਲੂਐਂਜ਼ਾ ਰਿਲੇਟਡ ਡੈਥਸ ਦੱਸਦੇ ਆ, ਕਿਉਂ ਹੋ ਰਹੀਆਂ ਪਤਾ ਨਹੀਂ ਲੱਗਦਾ। ਖਾਸ ਕਰ ਜਿਹੜੇ 9-19 ਸਾਲ ਤੋਂ ਥੱਲੇ ਬੱਚੇ ਆ ਉਹਨਾਂ ਦੇ ਵਿੱਚ ਜ਼ਿਆਦਾ ਆ। ਜਿਹੜੀ ਹੁਣ ਇੱਕ ਸਟੇਟਮੈਂਟ ਆਈ ਆ, ਇਹ ਦੱਸਦੇ ਆ ਕਿ ਕੁਝ ਬੱਚੇ ਜਿਨ੍ਹਾਂ ਨੂੰ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨ ਹੁੰਦੀ, ਮਤਲਬ ਪਹਿਲਾਂ ਤਾਂ ਵਾਇਰਸ ਆ, ਵਾਇਰਸ ਤੋਂ ਬਾਅਦ ਉਹਨਾਂ ਦੇ ਅੰਦਰ ਬੈਕਟੀਰੀਅਲ ਇਨਫੈਕਸ਼ਨ ਹੋ ਜਾਂਦੀ ਆ। ਉਹ ਇਨਫੈਕਸ਼ਨ ਕਿਸੇ ਨਾ ਕਿਸੇ ਤਰ੍ਹਾਂ ਕੰਪਲੀਕੇਸ਼ਨ ਕਰਦੀ ਆ ਅਤੇ ਇੱਥੇ ਤੱਕ ਹਾਲਤ ਚਲੇ ਜਾਂਦੀ ਆ। ਉਹ ਕਹਿੰਦੇ ਸਾਨੂੰ ਇਸ ਵੇਲੇ ਦੇਖਣਾ ਪਊਗਾ ਕਿ ਜਿਹੜੀਆਂ ਇਨਫਲੂਐਂਜ਼ਾ ਰਿਲੇਟਡ ਹੈਲਦੀ ਚਿਲਡਰਨਸ ਨੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਘੱਟ ਵਾਪਰਦੀਆਂ। ਜਿਹਨਾਂ ਬੱਚਿਆਂ ਨੂੰ ਪਹਿਲਾਂ ਹੀ ਕੋਈ ਨਾ ਕੋਈ ਇਸ਼ੂ ਹੁੰਦਾ ਉਹਨਾਂ ਦੇ ਵਿੱਚ ਇਸ ਕਿਸਮ ਦੀਆਂ ਜਿਹੜੀਆਂ ਦੁਰਘਟਨਾਵਾਂ ਆ ਉਹ ਜ਼ਿਆਦਾ ਵਾਪਰ ਰਹੀਆਂ। ਸਾਡੇ ਹੈਲਥ ਮਿਨਿਸਟਰ ਏਡਰੀਅਨ ਡਿਕਸ ਨੇ ਇਹਨੂੰ ਟ੍ਰੈਜਡੀ ਕਿਹਾ ਕਿ ਬੜੀ ਹਾਰਟ ਬ੍ਰੇਕਿੰਗ ਗੱਲ ਆ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਛ ਵਾਪਰਿਆ। ਐਡਾ ਵੱਡਾ ਦੁਖਾਂਤ 6 ਪਰਿਵਾਰਾਂ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਉਹ ਕਹਿੰਦੇ ਅਸੀਂ ਪੂਰੀ ਗੱਲਬਾਤ ਕਰ ਰਹੇ ਹਾਂ, ਇਸ ਵੇਲੇ ਪ੍ਰਪੇਅਰ ਹਾਂ ਅਸੀਂ ਬੈਡ ਫਲੂ ਸੀਜ਼ਨ ਦੇ ਲਈ, ਪਰ ਇੰਨਾ ਸੌਖਾ ਨਹੀਂ ਸਾਡੇ ਕੋਲ ਇਸ ਸਾਰੇ ਕੁਛ ਦੇ ਲਈ। ਉਹ ਕਹਿੰਦੇ ਅਸੀਂ ਜਿਹੜਾ ਇਸ ਵੇਲੇ ਇਹਨੂੰ ਦੇਖ ਰਹੇ ਹਾਂ ਕਿ ਵੀ ਇਹ ਇਕੱਲੇ ਬ੍ਰਿਟਿਸ਼ ਕੋਲੰਬੀਆ 'ਚ ਨਹੀਂ ਆ, ਕੈਨੇਡਾ ਦੇ ਵਿੱਚ ਆ। ਕੈਨੇਡਾ ਦੇ ਵਿੱਚ ਵੀ ਕਹਿੰਦੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਵੀ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਦੇਖ ਰਹੇ ਹਾਂ। ਹੁਣ ਇਹ ਸਾਰਾ ਕੁਛ ਜਿਹੜੀ ਸਾਡੇ ਕੋਲ ਲਾਰਜੈਸਟ ਇਮਿਊਨਾਈਜੇਸ਼ਨ ਪ੍ਰੋਗਰਾਮ ਆ ਇਸ ਵੇਲੇ ਸਾਡੀ ਹਿਸਟਰੀ ਦੇ ਵਿੱਚ, ਅਤੇ ਇਹਦੇ ਉੱਤੇ ਵੀ ਕੰਮ ਕੀਤਾ ਜਾ ਰਿਹਾ। ਸੋ ਇਹਦਾ ਹਜੇ ਤੱਕ ਪਤਾ ਕੁਛ ਨਹੀਂ ਲੱਗ ਰਿਹਾ। ਲਗਾਤਾਰ ਔਰ ਪਿਛਲੇ 3 ਹਫ਼ਤਿਆਂ ਦੇ ਵਿੱਚ ਕਿੰਨੇ ਗੁਣਾ ਗਿਣਤੀ ਇਹਨਾਂ ਬੱਚਿਆਂ ਦੀ ਵੱਧ ਗਈ ਹੈ। 3 ਵੀਕਸ ਦੇ ਵਿੱਚ ਕਿੰਨੇ ਗੁਣਾ ਬੱਚਿਆਂ ਦੀ ਗਿਣਤੀ ਵੱਧ ਗਈ ਹੈ ਔਰ ਲਗਾਤਾਰ ਇਹ ਗਿਣਤੀ ਫੇਰ ਵਧੀ ਜਾ ਰਹੀ ਹੈ। ਹਸਪਤਾਲ ਓਵਰਲੋਡਡ ਨੇ, ਰੋਜ਼ ਹੀ ਅਸੀਂ ਇਹ ਲਗਭਗ ਖਬਰਾਂ ਕਰਦੇ ਹਾਂ, ਪਰ ਓਵਰਲੋਡ ਹੋ ਜਾਣਾ ਉੱਥੇ ਬੱਚਿਆਂ ਦਾ ਜਾਣਾ ਮਾੜੀ ਗੱਲ ਆ। ਪਰ ਫਿਰ ਵੀ ਜੇਕਰ ਉਹ ਠੀਕ ਠਾਕ ਹੋ ਕੇ ਆਪਣੇ ਘਰਾਂ ਦੇ ਵਿੱਚ ਵਾਪਸ ਜਾਂਦੇ ਤਾਂ ਗੱਲ ਇੰਨੀ ਚਿੰਤਾ ਵਾਲੀ ਨਹੀਂ ਆ। ਪਰ ਜਦੋਂ ਹੁਣ ਇੰਨੇ ਥੋੜ੍ਹੇ ਸਮੇਂ ਦੇ ਵਿੱਚ 6 ਬੱਚਿਆਂ ਦੀ ਮੌਤ ਹੋ ਚੁੱਕੀ ਆ ਤਾਂ ਇਹ ਸੱਚਮੁੱਚ ਮਾਪਿਆਂ ਦੇ ਲਈ, ਡਾਕਟਰਾਂ ਦੇ ਲਈ ਅਤੇ ਪੂਰੀ ਸੁਸਾਇਟੀ ਦੇ ਲਈ ਇੱਕ ਵੱਡੀ ਚਿੰਤਾ ਵਾਲੀ ਗੱਲ ਆ ਕਿ ਇਹ ਵਾਇਰਸ ਜਿਹੜਾ ਪਹਿਲਾਂ ਵੀ ਹੁੰਦਾ, ਫਲੂ ਸੀਜ਼ਨ ਪਹਿਲਾਂ ਵੀ ਆਉਂਦਾ, ਇਸ ਵੇਲੇ ਇਹਦੇ ਵਿੱਚ ਜੋ ਕੁਛ ਹੋ ਰਿਹਾ ਇਹਦਾ ਕੀ ਹੱਲ ਹੋ ਸਕਦਾ ਆ। ਬਹੁਤ ਸਾਰੇ ਪੇਰੈਂਟਸ ਜਿਹੜੇ ਇਸ ਵੇਲੇ ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹਨੂੰ ਡਿਫਰੈਂਸ਼ੀਏਟ ਕਿੱਦਾਂ ਕੀਤਾ ਜਾਵੇ। ਕੀ ਇਹ ਕਰੋਨਾ ਵਾਇਰਸ ਆ, ਕੀ ਇਹ ਜਿਹੜਾ H3N3 ਵਾਇਰਸ ਆ ਜਿਹਨੂੰ ਫਲੂ ਕਹਿੰਦੇ ਆ, ਜਾਂ ਇਹ ਜਿਹੜਾ RSV ਵਾਇਰਸ ਆ ਇਹ ਉਹ ਆ। ਇਹਨਾਂ ਤਿੰਨਾਂ ਦੇ ਵਿੱਚੋਂ ਜਾਂ ਇਹ ਤਿੰਨਾਂ ਦੇ ਵਿੱਚੋਂ ਇਕੱਠੇ ਆ। ਅਤੇ ਹੁਣ ਇਹਦਾ ਹੱਲ ਕੀ ਹੋਣਾ। ਜਿਹੜੀ ਇਨਫਲੂਐਂਜ਼ਾ ਦੇ ਅਗੇਂਸਟ ਵੀ ਵੈਕਸੀਨੇਸ਼ਨ ਹੁੰਦੀ ਹੈ। ਸਾਨੂੰ ਹੁਣ ਤੱਕ ਕੋਵਿਡ ਦੀ ਵੈਕਸੀਨ ਦਾ ਜ਼ਿਆਦਾ ਪਤਾ, ਪਰ ਇਹ ਜਿਹੜਾ ਫਲੂ ਆਉਂਦਾ ਇਨਫਲੂਐਂਜ਼ਾ ਜਿਹਨੂੰ ਫਲੂ ਕਹਿੰਦੇ ਆ, ਹਰ ਸਾਲ ਇਹਦੀ ਵੈਕਸੀਨ ਆਉਂਦੀ ਆ, ਉਹ ਲਵਾਉਣੀ ਚਾਹੀਦੀ ਆ। ਤਾਂ ਉਹ ਕਹਿੰਦੇ ਸਾਨੂੰ ਇਹਦੇ ਪਾਸੇ ਜਾਣਾ ਚਾਹੀਦਾ, ਇਹ ਵੈਕਸੀਨ ਲਵਾਉਣੀ ਚਾਹੀਦੀ ਆ। ਜਿਹੜੀ ਕਰੋਨਿਕ ਮੈਡੀਕਲ ਕੰਡੀਸ਼ਨਸ ਹੈਗੀਆਂ ਉਹਨਾਂ ਦੇ ਵਿੱਚ, ਜਾਂ ਜਿਹੜੇ ਬੱਚਿਆਂ ਦੇ ਵਿੱਚ ਪਹਿਲਾਂ ਕੋਈ ਨਾ ਕੋਈ ਸਮੱਸਿਆ ਹੈਗੀ ਆ, ਉਹਨਾਂ ਦੇ ਲਈ ਉਹ ਕਹਿੰਦੇ ਫਿਰ ਇਹ ਜ਼ਿਆਦਾ ਜ਼ਰੂਰੀ ਹੁੰਦਾ ਆ ਕਿ ਉਹਨਾਂ ਦੇ ਉੱਤੇ ਇਹਦਾ ਅਸਰ ਜ਼ਿਆਦਾ ਪੈ ਰਿਹਾ। ਮੰਨ ਲਓ ਕਿਸੇ ਬੱਚੇ ਨੂੰ ਪਹਿਲਾਂ ਐਸਥਮਾ ਦੀ ਪ੍ਰੋਬਲਮ ਆ, ਸਾਹ ਦੀ ਪ੍ਰੋਬਲਮ ਆ, ਜਾਂ ਉਹਦੇ ਵਿੱਚ ਕੋਈ ਹੋਰ ਕੋਈ ਇੰਜਰੀ ਹੋਈ ਆ ਪਹਿਲਾਂ, ਜਾਂ ਉਹਦੇ ਵਿੱਚ ਕੋਈ ਪਹਿਲਾਂ ਹੀ ਜਿਹੜੀ ਹੈਲਥ ਕੰਡੀਸ਼ਨ ਹੈਗੀ ਆ, ਇਹ ਸਾਰਾ ਕੁਛ ਜਿਹੜਾ ਜੋੜ ਕੇ ਜਦੋਂ ਉਹਨਾਂ ਦੇ ਵਿੱਚ ਬੱਚਾ ਜਿਹੜਾ obese ਬਹੁਤ ਆ, ਮੋਟਾਪਾ ਬਹੁਤ ਆ,
ਜਾਂ ਖਾਸ ਕਰ ਜਿਹੜੇ ਇਨਫੈਂਟ ਜਾਂ ਟੌਡਲਰਸ ਨੇ, ਬਹੁਤ ਛੋਟੇ ਬੱਚੇ ਨੇ, ਇਹ ਸਾਰੀ ਕੈਟਾਗਰੀਜ਼ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਆ ਰਹੀ ਆ। ਜਦੋਂ ਕਿ ਜਿਹੜੇ ਹੈਲਦੀ ਬੱਚੇ ਆ ਉਹਨਾਂ ਦੇ ਵਿੱਚ ਇਹ ਸਮੱਸਿਆ ਘੱਟ ਆ, ਪਰ ਫਿਰ ਵੀ ਇਸ ਵੇਲੇ ਇਹ ਜਿਹੜੇ ਹਾਲਤ ਦੀ ਥੋੜ੍ਹੀ ਜਿਹੀ ਚਿੰਤਾ ਵਾਲੀ ਇਸ ਵੇਲੇ ਬਣੀ ਹੋਈ ਆ। ਅਗਲੀ ਖਬਰ ਵੈਨਕੂਵਰ ਦੇ ਵਿੱਚ ਪੁਲਿਸ ਬਾਰੇ ਆ। ਵੈਨਕੂਵਰ ਦੀ ਪੁਲਿਸ ਦੇ ਬਾਡੀ ਦੇ ਉੱਤੇ ਕੈਮਰੇ ਲੱਗਣਗੇ, ਜਿਹੜੀ ਉਹਨਾਂ ਦੀ ਵਰਦੀ ਆ ਉਹਦੇ ਉੱਤੇ ਇੱਥੇ ਕੈਮਰਾ ਲੱਗਿਆ ਹੋਊਗਾ, ਜਿਹਦੇ ਵਿੱਚ ਉਹ ਸਾਰਾ ਕੁਝ ਰਿਕਾਰਡ ਕਰ ਲਿਆ ਕਰਨਗੇ ਜਾਂ ਆਪਣੇ ਆਪ ਉਹ ਰਿਕਾਰਡ ਹੁੰਦਾ ਰਹੂਗਾ। ਉਹਦੇ ਫਾਇਦੇ ਵੀ ਆ, ਉਹਦੇ ਨੁਕਸਾਨ ਵੀ ਆ। ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਬਾਡੀ ਕੈਮਰਾ ਹੈਗੇ ਆ ਪੁਲਿਸ ਦੇ ਉੱਤੇ, ਜਿਹੜਾ ਕਿ ਕਈ ਵਾਰੀ ਜਿਸ ਬੰਦੇ ਨੂੰ ਉਹ ਫੜਦੇ ਆ ਉਹ ਕਹਿੰਦਾ ਵੀ ਮੇਰੇ ਰਾਈਟਸ ਜਿਹੜੇ ਸੀਗੇ ਜਾਂ ਮੇਰੇ ਨਾਲ ਧੱਕਾ ਹੋਇਆ, ਜਾਂ ਜਿਹੜਾ ਪੁਲਿਸ ਵਾਲਿਆਂ ਨੂੰ ਲੱਗਦਾ ਹੁੰਦਾ ਕਿ ਉਹ ਐਵੀਡੈਂਸ ਇਕੱਠਾ ਕਰਨਾ, ਵੀ ਉਹਨੇ ਮੌਕੇ 'ਤੇ ਜੋ ਕੁਝ ਦੇਖਿਆ ਉਹਨੂੰ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਜਾ ਕੇ ਸਿੱਧ ਕਰਨਾ ਉਹਨਾਂ ਦੇ ਲਈ ਸੌਖਾ ਹੋਊਗਾ। ਮਤਲਬ ਵਰਦੀ ਦੇ ਉੱਤੇ ਜਿੱਥੇ ਉਹਨਾਂ ਦੇ ਸਾਰਾ ਸਮਾਨ ਲੱਗਿਆ ਹੁੰਦਾ ਉੱਥੇ ਇੱਕ ਜਗ੍ਹਾ ਦੇ ਉੱਤੇ ਕੈਮਰਾ ਲੱਗਿਆ ਹੋਊਗਾ, ਜਿਹਦੇ ਨਾਲ ਉਹ ਸਾਰੀ ਗੱਲਬਾਤ ਰਿਕਾਰਡ ਹੋ ਜੂਗੀ। ਇਹਦੇ ਬਾਰੇ ਹੁਣ ਜਿਹੜੀ ਨਵੀਂ ਕੌਂਸਲ ਆਈ ਆ ਆਪਣੇ ਵੈਨਕੂਵਰ ਦੇ ਵਿੱਚ, ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਬੋਡੀ ਕੈਮਰਾ ਲੈ ਕੇ ਆਵਾਂਗੇ। ਬਹੁਤ ਸਾਰੇ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ 'ਤੇ ਇੱਕ ਇੱਕ ਕਰਕੇ ਉਹ ਹੁਣ ਪੂਰਾ ਉਤਰ ਰਹੇ ਆ, ਅਤੇ ਇਹ ਵੀ ਹੁਣ ਮੋਸ਼ਨ ਜਿਹੜਾ ਪਾਸ ਕਰ ਦਿੱਤਾ ਗਿਆ, ਜਿਹਦੇ ਤਹਿਤ ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਆਫੀਸਰਸ ਜਿਹੜੇ ਬੋਡੀ ਵਰਨ ਕੈਮਰਾ ਆ ਉਹਨਾਂ ਦੇ ਕੋਲ ਹੋਣਗੇ। ਅਤੇ ਇਹਦੇ ਨਾਲ, ਕਿਉਂਕਿ ਇਹਦੇ ਉੱਤੇ ਡਿਬੇਟ ਵੀ ਹੋਇਆ ਸੀ, ਪਹਿਲਾਂ ਵੀ ਹੋਣਾ ਚਾਹੀਦਾ। ਫਾਇਦਾ ਤਾਂ ਬਹੁਤ ਵੱਡਾ ਇਹ ਹੈ ਕਿ ਸਬੂਤ ਇਕੱਠੇ ਕਰਨ 'ਚ ਸੌਖ ਰਹੂਗੀ। ਪੁਲਿਸ ਵਾਲੇ ਜਿਹੜੇ ਆ ਉਹਨਾਂ ਨੂੰ ਪਤਾ ਹੋਊਗਾ ਕਿ ਕੀ ਕਰਦੇ ਆ। ਜੇ ਕੋਈ ਮਤਲਬ ਕਿਤੇ ਗਲਤ ਗੱਲ ਕਰ ਰਿਹਾ ਜਾਂ ਕਿਸੇ ਨਾਲ ਧੱਕਾ ਕਰ ਰਿਹਾ, ਉਹ ਵੀ ਉਹਦੇ ਵਿੱਚ ਰਿਕਾਰਡ ਹੋ ਜਾਊਗਾ ਅਤੇ ਕਿਸੇ ਕੋਲੇ ਕੋਈ ਗੱਲ ਕਹਿਣ ਨੂੰ ਨਹੀਂ ਹੋਊਗੀ। ਅਤੇ ਇਹ 2025 ਤੱਕ ਉਹ ਕਹਿੰਦੇ ਅਸੀਂ ਸਾਰਿਆਂ ਦੇ ਬੋਡੀ ਕੈਮਰੇ ਲਾ ਦੇਣੇ ਆ। ਦੂਜੇ ਪਾਸੇ ਹੁਣ ਇਹਦਾ ABC ਵੈਨਕੂਵਰ ਪਾਰਟੀ ਆ ਜਿਹੜੀ ਇਸ ਵੇਲੇ ਸੱਤਾ ਦੇ ਵਿੱਚ ਆ ਉੱਥੇ, ਦੂਜੇ ਪਾਸੇ ਇਹਦਾ ਨੁਕਸਾਨ ਇਹ ਆ ਵੀ ਇੱਕ ਤਾਂ ਇਹਦੀ ਕਾਸਟ ਕਿੱਥੋਂ ਆਉਣੀ ਆ, ਇੰਨੇ ਜ਼ਿਆਦਾ ਮਹਿੰਗੇ ਆ ਇਹ। ਦੂਜਾ ਪ੍ਰਾਈਵੇਸੀ ਦੇ ਕਨਸਰਨਸ ਹੈਗੇ ਆ ਕਿ ਕੋਈ ਉਹ ਚੀਜ਼ ਜਿਹੜੀ ਨਹੀਂ ਦਿਖਾਉਣੀ ਚਾਹੁੰਦੇ ਜਾਂ ਨਹੀਂ ਉਹਦੇ ਰਾਈਟਸ ਆ ਕਿਸੇ ਬੰਦੇ ਦੇ, ਵੀ ਤੁਸੀਂ ਹਰ ਇੱਕ ਬੰਦੇ ਦੀ ਵੀਡੀਓ ਥੋੜ੍ਹਾ ਬਣਾ ਸਕਦੇ ਬਾਹਰ ਜਾਂਦੇ ਦੀ, ਜਿਹੜੀ ਆਪਣੇ ਆਪ ਆਟੋਮੈਟਿਕਲੀ ਉਸ ਕੈਮਰੇ ਦੇ ਉੱਤੇ ਬਣੀ ਜਾਂਦੀ ਹੈ। ਤੀਜਾ ਫਿਰ ਇਹਦੇ ਨਾਲ ਜਿਹੜੇ ਉਹ ਫੇਸ ਰੈਕੋਗਨੀਸ਼ਨ ਦੀ ਗੱਲਬਾਤ ਆਉਂਦੀ ਆ ਕਿ ਫਿਰ ਇਹ ਤਾਂ ਉਹ ਗੱਲਬਾਤ ਹੋਊਗੀ ਕਿ ਤੁਸੀਂ ਸਾਰਿਆਂ ਦੇ ਜਿਹੜੇ ਚਿਹਰੇ ਆ ਰਿਕਾਰਡ ਕਰਕੇ ਰੱਖ ਲਓਗੇ ਅਤੇ ਮੁੜ ਕੇ ਫਿਰ ਉਸ ਤਰੀਕੇ ਦੇ ਨਾਲ ਜਿਹੜੇ ਕੰਟਰੋਵਰਸ਼ੀਅਲ ਕੁਝ ਸੌਫਟਵੇਅਰਸ ਹੈਗੇ ਆ ਕਿ ਉਹਨਾਂ ਦੀ ਵਰਤੋਂ ਕਰੋਗੇ। ਸੋ ਪਰ ਅਲਟੀਮੇਟਲੀ ਇਹਨੂੰ ਪਾਸ ਕਰ ਦਿੱਤਾ ਗਿਆ। ਵੈਨਕੂਵਰ ਪੁਲਿਸ ਡਿਪਾਰਟਮੈਂਟ ਦੀ ਜਿਹੜੀ ਬੋਡੀ ਕੈਮਰਾਜ਼ ਉਹਨਾਂ ਕੋਲ ਲੱਗਣਗੇ, ਇਹ ਜ਼ਰੂਰੀ ਹੋਣਗੇ। ਅਤੇ ਹੁਣ ਜਦੋਂ ਇਹ ਮੋਸ਼ਨ ਪਾਸ ਹੋ ਗਿਆ ਆ ਤਾਂ ਜਿਹੜੀ ਕੌਂਸਲ ਆ ਉਹ ਸਪੋਰਟ ਕਰੂਗੀ ਇਸ ਗੱਲ ਦੇ ਉੱਤੇ ਕਿ ਹਰ ਇੱਕ ਆਫਿਸਰ ਦੇ ਕੋਲ ਆਉਣ ਵਾਲੇ ਸਾਲਾਂ ਦੇ ਵਿੱਚ ਅਲਟੀਮੇਟਲੀ 2025 ਤੱਕ ਉਹਨਾਂ ਨੇ ਕਿਹਾ ਕਿ ਕੈਮਰੇ ਉਹਨਾਂ ਦੀ ਬੋਡੀ ਦੇ ਉੱਤੇ ਲੱਗ ਜਾਣਗੇ। ਅਤੇ ਫਿਰ ਜਿਹੜੀ ਆ ਸਟਾਫ ਜਿਹੜਾ ਹੋਊਗਾ ਉਹਨੂੰ ਜਿਹੜਾ ਕਿਹਾ ਜਾਊਗਾ ਕਿ ਤੁਸੀਂ ਲੱਭੋ ਇਸ ਪ੍ਰੋਗਰਾਮ ਦੇ ਉੱਤੇ ਕਿੰਨੀ ਕਾਸਟ ਆਉਂਦੀ ਹੈ ਅਤੇ ਫਿਰ ਇਹਦਾ ਸਾਰਾ ਕੁਝ ਕੀ ਆ। ਅਤੇ ਇਹਦੇ ਨਾਲ ਇਹ ਇੱਕ ਹੋਰ ਮੂਵ ABC ਵੈਨਕੂਵਰ ਦੇ ਵਾਅਦਿਆਂ ਦਾ ਆ, ਇਹ ਮੋਸ਼ਨ ਕੌਂਸਲ ਦੇ ਵਿੱਚ ਪਾਸ ਕਰਨਾ। ਪਹਿਲਾਂ ਵੀ ਜਿਹੜੀਆਂ ਇਹਨਾਂ ਨੇ ਕੁਝ ਗੱਲਾਂ ਬਾਤਾਂ ਕੀਤੀਆਂ ਸੀ ਉਹ ਪਹਿਲਿਆਂ ਨਾਲੋਂ ਵੱਖਰੀਆਂ ਸੀ। ਇਹਨਾਂ ਨੇ ਪਹਿਲਾਂ ਜਿਹੜਾ ਸੀਗਾ ਕਿ ਇੱਕ ਇਹ ਵੀ ਗੱਲ ਕਹੀ ਸੀ ਕਿ ਜੇ ਸਾਨੂੰ ਤੁਸੀਂ ਜਿਤਾ ਦੋਗੇ, ਲੋਕਾਂ ਨੂੰ ABC ਵੈਨਕੂਵਰ ਪਾਰਟੀ ਨੇ ਕਿਹਾ ਸੀ ਕਿ ਤੁਸੀਂ ਸਾਨੂੰ ਜਿਤਾ ਦੋਗੇ ਤਾਂ ਅਸੀਂ 100 ਪੁਲਿਸ ਆਫਿਸਰ ਹੋਰ ਹਾਇਰ ਕਰਾਂਗੇ। ਉਸ ਪਾਸੇ ਨੂੰ ਵੀ ਇਹ ਤੁਰ ਚੁੱਕੇ। ਜਿਹੜਾ ਕੈਂਪੇਨ ਦੇ ਵਿੱਚ ਪ੍ਰੋਮਿਸ ਕੀਤਾ ਸੀ, ਕੈਨ ਸਿਮ ਜਿਹੜੀ ਮੇਰਲ ਰਨ ਦੀ ਉਹਨਾਂ ਦੀ ਦੌੜ ਸੀਗੀ, ਉਸ ਵੇਲੇ ਉਹਨਾਂ ਨੇ ਕਿਹਾ ਸੀ। ਅਤੇ ਸਕੂਲ ਬੋਰਡ ਲੈਵਲ ਦੇ ਉੱਤੇ ਇਹਨਾਂ ਨੇ ਇੱਕ ਵੱਡੀ ਗੱਲਬਾਤ ਕਹੀ ਸੀ ਕਿ ABC ਦੀ ਮੈਜੋਰਟੀ ਦੇ ਨਾਲ ਟਰਸਟੀਜ਼ ਜਿਹੜੇ ਸਕੂਲ ਟਰਸਟੀ ਸੀਗੇ, ਉਹਨਾਂ ਨੇ ਕਿਹਾ ਪਹਿਲਾਂ ਹੀ ਵੋਟ ਹੋ ਚੁੱਕੀ ਹੈ ਇਹਦੇ ਉੱਤੇ ਕਿ ਜਿਹੜੇ ਸਕੂਲਾਂ ਦੇ ਵਿੱਚ ਲੇਜ਼ਨ ਆਫਿਸਰ ਪ੍ਰੋਗਰਾਮ ਆ ਉਹਨੂੰ ਦੁਬਾਰਾ ਲਿਆਂਦਾ ਜਾਊਗਾ, ਰੀਇਨਸਟੇਟ ਕੀਤਾ ਜਾਊਗਾ। ਸੋ ਹੁਣ ਮੈਜੋਰਟੀ ਇਹਨਾਂ ਦੀ ਵੈਨਕੂਵਰ ਪਾਰਕ ਬੋਰਡ ਦੇ ਵਿੱਚ ਵੀ ਹੈਗੀ ਆ, ਅਤੇ ਉੱਥੋਂ ਵੀ ਜਿਹੜੀ ਇਹ ਇੱਕ ਕੰਟਰੋਵਰਸੀ ਚੱਲ ਰਹੀ ਆ ਸਟੈਨਲੀ ਪਾਰਕ ਦੀ ਬਾਈਕ ਲੇਨ ਦੇ ਮਾਮਲੇ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਵੀ ਇਹਨਾਂ ਨੇ ਆਪਣੇ ਵਾਅਦੇ ਮੁਤਾਬਕ ਫੈਸਲਾ ਲਿਆ। ਸੋ ਇੱਕ ਨਵੀਂ ਅਤੇ ਵੱਖਰੀ ਗੱਲ ਵੈਨਕੂਵਰ ਪੁਲਿਸ ਦੇ ਵਿੱਚ ਹੋਊਗੀ ਜਿਹੜੀ ਪਹਿਲਾਂ ਨਹੀਂ ਹੋਈ। ਇਹਨਾਂ ਦੀ ਬਾਡੀ ਦੇ ਉੱਤੇ, ਇਹਨਾਂ ਦੀ ਵਰਦੀ ਦੇ ਉੱਤੇ ਕੈਮਰੇ ਹੋਣਗੇ ਜਿਹੜੇ ਸਾਰਾ ਕੁਝ ਆਪਣੇ ਆਪ ਰਿਕਾਰਡ ਕਰੀ ਜਾਣਗੇ। ਅਤੇ ABC ਵੈਨਕੂਵਰ ਪਾਰਟੀ ਦੇ ਜਿਹੜੇ 4 ਵੱਡੇ ਵਾਅਦੇ ਸੀਗੇ, ਸਟੈਨਲੀ ਪਾਰਕ ਦੇ ਵਿੱਚ ਕੰਟਰੋਵਰਸ਼ੀਅਲ ਬਾਈਕ ਲੈਣ ਦੇ ਉੱਤੇ, ਸਕੂਲਾਂ ਦੇ ਵਿੱਚ ਲੇਜ਼ਨ ਆਫਿਸਰਸ ਦੇ ਉੱਤੇ, 100 ਨਵੇਂ ਪੁਲਿਸ ਵਾਲੇ ਭਰਤੀ ਕਰਨ ਦੇ ਉੱਤੇ, ਅਤੇ ਇਹਨਾਂ ਦੀ ਬਾਡੀ ਦੇ ਉੱਤੇ ਬਾਡੀ ਕੈਮ ਲਾਉਣ ਦੇ ਉੱਤੇ, ਇਹ ਚਾਰੋਂ ਜਿਹੜੇ ਉਹਨਾਂ ਨੇ ਆਪਣੀ ਕੈਂਪੇਨ ਦੇ ਵਿੱਚ ਵਾਅਦੇ ਕੀਤੇ ਸੀ ਉਹ ਆਪਣੇ ਪਾਵਰ ਦੇ ਵਿੱਚ ਆਉਣ ਦੇ ਬਹੁਤ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਉਹਨਾਂ ਨੇ ਇਹਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਕੱਲ੍ਹ ਆਪਾਂ ਇੱਕ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਪੱਪੀ ਸਕੈਮ ਦੀ, ਕਿ ਜਿਹੜੇ ਪੈਟ ਵੇਚਣ ਦੇ ਲਈ, ਜਿਹੜੇ ਡੌਗ ਆ ਜਿਹੜੇ ਛੋਟੇ ਆ ਉਹਨਾਂ ਨੂੰ ਵੇਚਣ ਦੇ ਲਈ ਔਨਲਾਈਨ ਵੈਬਸਾਈਟਸ ਦੇ ਉੱਤੇ ਜਾ ਕੇ ਲੋਕ ਠੱਗੀ ਮਾਰ ਜਾਂਦੇ ਆ। ਮਤਲਬ ਵੈਬਸਾਈਟਸ ਬਣੀਆਂ ਆ, ਤੁਸੀਂ ਜਾਂਦੇ ਆ ਉਹਦੇ ਉੱਤੇ ਅਤੇ ਉਹ ਤੁਹਾਨੂੰ ਕਹਿੰਦੇ ਵੀ ਇੰਨੇ ਦਾ ਹੈਗਾ ਆ, ਅਤੇ ਉਹ ਬਾਅਦ ਦੇ ਵਿੱਚ ਹੋਰ ਚਾਰਜਸ ਪਾਉਂਦੇ ਤੁਹਾਡੇ ਕਿੰਨੇ ਹੀ ਪੈਸੇ ਉਹ ਲੈ ਜਾਂਦੇ ਆ ਅਤੇ ਤੁਹਾਨੂੰ ਕੁਛ ਪਤਾ ਵੀ ਨਹੀਂ ਲੱਗਦਾ। ਇੱਕ ਹੋਰ ਸਕੈਮ ਸਾਹਮਣੇ ਆਇਆ, ਪਿਛਲੇ ਕਈ ਸਕੈਮ ਨੇ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਹੁੰਦੇ ਆ। ਇੱਕ ਹੋਰ ਸਕੈਮ ਜਿਹੜਾ
ਸਾਹਮਣੇ ਆਇਆ, ਉਹਨੂੰ ਗ੍ਰੈਂਡ ਪੇਰੈਂਟ ਸਕੈਮ ਕਹਿ ਰਹੇ ਆ। ਐਡਮਿੰਟਨ ਦੇ ਰਹਿਣ ਵਾਲੇ, ਇਕੱਲੇ ਐਡਮਿੰਟਨ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ $10 ਲੱਖ ਦੇ ਕਰੀਬ ਪਿਛਲੇ 2 ਸਾਲਾਂ ਦੇ ਵਿੱਚ ਇਸ ਗ੍ਰੈਂਡ ਪੇਰੈਂਟ ਸਕੈਮ ਦੇ ਤਹਿਤ ਗਵਾ ਲਿਆ, ਜਿਹੜਾ ਪੂਰੇ ਅਲਬਰਟਾ ਦੇ ਵਿੱਚ ਇਸ ਵੇਲੇ ਚੱਲ ਰਿਹਾ। ਪੁਲਿਸ ਦੱਸ ਰਹੀ ਆ ਕਿ $9 ਲੱਖ ਜਨਵਰੀ 2021 ਤੋਂ ਲੈ ਕੇ ਹੁਣ ਤੱਕ ਗਵਾ ਚੁੱਕੇ ਆ ਇਹ ਇਸ ਸਕੈਮ ਦੇ ਤਹਿਤ। 127 ਰਿਪੋਰਟਾਂ ਆਈਆਂ ਪੁਲਿਸ ਦੇ ਕੋਲ। ਇੱਕ ਖਾਸ ਕਿਸਮ ਦਾ ਫਰਾਡ ਇੱਕ ਇਸ ਟਾਈਮ ਫਰੇਮ ਦੇ ਵਿੱਚ ਐਵਰੇਜ ਜਿਹੜਾ ਹਰ ਵਿਕਟਮ, ਮਤਲਬ 127 ਵਿੱਚੋਂ ਕੱਲੇ ਨੂੰ ਜੇਕਰ ਉਹਨੂੰ ਵੰਡ ਕੇ ਦੇਖੋ ਤਾਂ $7,000 ਘੱਟੋ ਘੱਟ ਇਹਨਾਂ ਲੋਕਾਂ ਨੇ ਗਵਾਇਆ। ਐਡਮਿੰਟਨ ਪੁਲਿਸ ਦੱਸਦੀ ਆ ਕਿ ਜਿਹੜਾ ਸਭ ਤੋਂ ਵੱਧ ਕਿਸੇ ਇੱਕ ਨੇ ਪੈਸੇ ਗਵਾਏ ਆ ਤਾਂ ਉਹ $30,000 ਸੀ। ਕਰਦੇ ਕੀ ਆ, ਜਿਹੜਾ ਗ੍ਰੈਂਡ ਪੇਰੈਂਟ ਸਕੈਮ ਕੀ ਆ ਕਿ ਜਿਹੜੇ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਫੋਨ ਆਉਂਦੇ ਆ, ਉਹਨਾਂ ਨੂੰ ਫੋਨ ਕਰਕੇ ਇਹ ਕੁਛ ਨਾ ਕੁਛ ਮੰਗ ਕਰਦੇ ਆ ਵੀ ਉਹ ਕਹਿ ਦਿੰਦੇ ਆ ਕਿ ਤੁਹਾਡੇ ਘਰ ਦੇ ਵਿੱਚ ਜਿਹੜੇ ਇੰਨੇ ਲੋਕ ਹੈਗੇ ਜੀ, ਤੁਹਾਡਾ ਫਲਾਨਾ ਨੂੰ ਅਸੀਂ ਜਾਣਦੇ ਹਾਂ, ਤੁਹਾਡੇ ਬੱਚੇ ਨੂੰ ਪੋਤਾ ਪੇਤੀ ਕਿਸੇ ਦਾ ਵੀ ਨਾਂ ਲੈ ਦਿੰਦੇ ਆ। ਉਹ ਇਸ ਵੇਲੇ ਮੁਸੀਬਤ ਦੇ ਵਿੱਚ, ਫਲਾਣੀ ਥਾਂ ਦੇ ਉੱਤੇ ਉਹਨੂੰ ਫੜਿਆ ਆ, ਪੁਲਿਸ ਨੇ ਫੜਿਆ ਆ ਜਾਂ ਵਕੀਲ ਨੇ ਫੜਿਆ ਆ, ਉੱਥੇ ਮਤਲਬ ਵਕੀਲ ਕਰਨਾ ਪੈਣਾ ਉਹਨੂੰ ਪੁਲਿਸ ਤੋਂ ਛੁਡਾਉਣ ਦੇ ਲਈ, ਜਾਂ ਉਹਦਾ ਕਿਸੇ ਐਕਸੀਡੈਂਟ ਹੋ ਗਿਆ ਉੱਥੇ ਕੋਈ ਹਿਸਾਬ ਕਿਤਾਬ ਕਰਨਾ, ਇੰਨੇ ਡਾਲਰ ਸਾਡੇ ਅਕਾਊਂਟ ਦੇ ਵਿੱਚ ਪਾ ਦਿਓ। ਲੋਕ ਜਾਣਦੇ ਹੁੰਦੇ ਆ, ਵਾਰ-ਵਾਰ ਟੀਵੀ ਦੇ ਉੱਤੇ ਮੀਡੀਆ ਦੇ ਵਿੱਚ ਖਬਰਾਂ ਆਉਂਦੀਆਂ ਕਿ ਇੱਦਾਂ ਕਿਸੇ ਦੇ ਖਾਤੇ ਦੇ ਵਿੱਚ ਪੈਸੇ ਨਾ ਪਾਓ, ਪਰ ਫਿਰ ਵੀ ਕੁਛ ਪਰਸੈਂਟੇਜ ਇਹੋ ਜਿਹੀ ਹੁੰਦੀ ਹੈ ਜਿਹੜੀ ਇਹਦੇ 'ਚ ਫਸ ਜਾਂਦੀ ਹੈ। ਅਤੇ ਉਹ ਫਸੀ ਪਰਸੈਂਟੇਜ 127 ਰਿਪੋਰਟਾਂ ਐਡਮਿੰਟਨ ਦੇ ਵਿੱਚੋਂ ਆਈਆਂ ਅਤੇ 7,000 ਇਕੱਲੇ ਨੂੰ ਤੁਸੀਂ ਦੇਖ ਲਓ ਵੀ ਉਹ ਸਭ ਤੋਂ ਵੱਧ $30,000 ਵੀ ਇੱਕ ਬੰਦੇ ਨੇ ਇਕੱਠਾ ਕਿਸੇ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿੱਤਾ। ਬਜ਼ੁਰਗ ਜਿਹੜੇ ਉਹਨੂੰ ਬਹੁਤੀ ਟੈਕਨੋਲੋਜੀ ਦੀ ਕਈ ਵਾਰੀ ਸਮਝ ਨਹੀਂ ਹੁੰਦੀ। ਸੋ ਇਹ ਜਿਹੜਾ ਸਕੈਮ ਆ ਇਹਦੇ ਤੋਂ ਬਚਣ ਦੀ ਲੋੜ ਆ। ਬਹੁਤ ਸਾਰੇ ਫੋਨ ਇੱਦਾਂ ਦੇ ਅਕਸਰ ਤੁਹਾਨੂੰ ਆਉਂਦੇ ਆ, ਤੁਸੀਂ ਆਮ ਤੌਰ ਦੇ ਉੱਤੇ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ, ਪਰ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਇਹਦੇ ਵਿੱਚ ਫਸ ਜਾਂਦੇ ਆ। ਕੈਲਗਰੀ ਪੁਲਿਸ ਕਹਿੰਦੀ ਆ ਕਿ 1.8 ਮਿਲੀਅਨ ਤੋਂ ਜ਼ਿਆਦਾ ਇਸ ਮਾਮਲੇ ਦੇ ਵਿੱਚ ਚੋਰੀ ਹੋਈ ਆ। 7,50,000 ਇਕੱਲੀ ਜਿਹੜੀ RCMP ਦੀ ਜੂਰਿਸਡਿਕਸ਼ਨ ਆ ਉਹਦੇ ਵਿੱਚ ਇਹਦਾ ਸਕੈਮ ਹੋਇਆ। ਐਸਟੀਮੇਟਡ ਜਿਹੜਾ ਅਲਬਰਟਾ ਦੇ ਵਿੱਚ ਦੱਸਦੇ ਆ ਕਿ ਕਲੈਕਟਿਵਲੀ ਜੇਕਰ ਇਕੱਲੇ ਇਸ ਸਾਲ ਦੇ ਵਿੱਚ ਹਿਸਾਬ ਲਾਇਆ ਜਾਵੇ ਤਾਂ $3.5 ਮਿਲੀਅਨ ਦਾ ਘਪਲਾ ਲੋਕਾਂ ਦੇ ਨਾਲ ਕਰ ਲਿਆ। $35 ਲੱਖ ਦਾ, ਜਿਹਦੇ ਵਿੱਚੋਂ ਵੱਡਾ ਘਪਲਾ ਐਡਮਿੰਟਨ 'ਚ ਹੋਇਆ ਜਾਂ ਕੈਲਗਰੀ ਦੇ ਵਿੱਚ ਹੋਇਆ। ਔਰ ਇਹ ਜਿਹੜੇ ਇਨਵੋਲਵ ਇਹਦੇ ਵਿੱਚ ਸੀਨੀਅਰਸ ਹੀ ਹੁੰਦੇ ਆ, ਉਹਨਾਂ ਦੇ ਉੱਤੇ ਮਤਲਬ ਹੋਰ ਵੀ ਕਈ ਤਰ੍ਹਾਂ ਦੇ ਘਪਲੇ ਹੈਗੇ ਆ, ਪਰ ਇਹ ਪਰਟੀਕੂਲਰਲੀ ਇੱਕ ਜਿਹੜਾ ਬਜ਼ੁਰਗਾਂ ਨੂੰ ਟਾਰਗੇਟ ਕਰਦਾ, ਉਹਨਾਂ ਦੇ ਉੱਤੇ ਜਾ ਕੇ ਸਿੱਧਾ ਇਹ ਉਹਨਾਂ ਨੂੰ ਟਾਰਗੇਟ ਕਰਦੇ ਆ। ਮਤਲਬ ਕਿ ਟਿਪੀਕਲੀ ਜਿੱਦਾਂ ਮੈਂ ਦੱਸਿਆ ਕਿ ਗ੍ਰੈਂਡ ਪੇਰੈਂਟ ਸਕੈਮ ਦੇ ਵਿੱਚ ਹੁੰਦਾ ਕੀ ਆ, ਫੋਨ ਕਾਲ ਆਉਂਦੀ ਹੈ, ਫੋਨ ਕਾਲ ਦੇ ਵਿੱਚ ਦੱਸਦੇ ਆ ਕਿ ਦੂਜੇ ਐਂਡ ਦੇ ਉੱਤੇ ਤੁਹਾਡੇ ਅਸੀਂ ਬਹੁਤ ਕਿਸੇ ਰਿਸ਼ਤੇਦਾਰ ਨੂੰ, ਦੋਸਤ ਮਿੱਤਰ ਨੂੰ ਜਾਣਦੇ ਹਾਂ, ਕੋਰਟ ਦੇ ਵਿੱਚ ਜਾਂ ਲਾਅ ਇਨਫੋਰਸਮੈਂਟ ਦੇ ਵਿੱਚ ਜਾਂ ਫਲਾਨੀ ਪੇਮੈਂਟ ਚਾਹੀਦੀ ਹੈ ਅਤੇ ਇਹ ਪੇਮੈਂਟ ਤੁਸੀਂ ਦੇ ਦਿਓ। ਅਤੇ ਉਹਦੇ ਤੋਂ ਬਾਅਦ ਜਾਂ ਉਹ ਬੰਦਾ ਇਹ ਵੀ ਕਹਿੰਦਾ ਮੈਂ ਪੁਲਿਸ ਆਫਿਸਰ ਹਾਂ, ਕਈ ਵਾਰੀ ਉਹ ਵੀ ਕਹਿੰਦਾ ਮੈਂ ਜੱਜ ਹਾਂ, ਕਈ ਵਾਰੀ ਉਹ ਆਪ ਹੀ ਫੈਮਿਲੀ ਮੈਂਬਰ ਬਣ ਜਾਂਦਾ ਆ। ਅਤੇ ਫਿਰ ਉਹ ਜਾਂ ਕੈਸ਼ ਮੰਗਦੇ ਆ ਜਾਂ ਕਹਿੰਦੇ ਬਿਟਕੋਇਨ ਗਿਫਟ ਕਾਰਡ ਦੇ ਦਿਓ, ਅਤੇ ਜਾਂ ਸਮ ਟਾਈਮ ਉਹ ਕਹਿੰਦੇ ਆ ਵੀ ਟ੍ਰਾਂਸਫਰ ਕਰ ਦਿਓ। ਅਤੇ ਕਈ ਵਾਰੀ ਉਹ ਇਹ ਵੀ ਕਰਦੇ ਆ ਕਿ ਤੁਹਾਡੇ ਘਰ ਦੇ ਵਿੱਚ ਅਸੀਂ ਬੰਦਾ ਭੇਜਦੇ ਹਾਂ, ਉਹਨੂੰ ਪੈਸੇ ਦੇ ਦਿਓ। ਅਤੇ ਉਹ ਹੁਣ ਇਹਨੂੰ ਲੱਭਣਾ ਬਹੁਤ ਔਖਾ। ਕੋਈ ਬੰਦਾ ਆ ਕੇ ਪੈਸੇ ਲੈ ਗਿਆ, ਉਹਨੂੰ ਲੱਭਣਾ ਵੀ ਬਹੁਤ ਔਖਾ ਆ। ਪੁਲਿਸ ਕਹਿੰਦੀ ਵੀ ਇਹਨੂੰ ਦੂਜਾ ਤਰੀਕਾ ਇਹ ਆ ਵੀ ਜਿਹੜਾ ਫੋਨ ਕਰਨ ਵਾਲਾ ਉਹਨੂੰ ਸਮਝ ਲਓ, ਤੁਸੀਂ ਕਰ ਲਓ ਵੀ ਫੋਨ ਕਿੱਥੋਂ ਆਇਆ। ਇਹ ਪੁਲਿਸ ਕਹਿੰਦੀ ਹੈ ਟਰੈਕ ਕਰਨਾ ਇੰਨਾ ਸੌਖਾ ਨਹੀਂ ਹੈ। ਚੈਲੰਜਸ ਜਿਹੜੇ ਨੇ ਇਸ ਵੇਲੇ ਲੋਕਲ ਲੋਕਾਂ ਦੇ ਕੋਲ ਫੋਨ ਕਾਲ ਜਿਹੜੀ ਆ ਇਹ ਪਤਾ ਕਰਨਾ ਕਿ ਕੌਣ ਫੋਨ ਕਰ ਰਿਹਾ, ਇਹ ਇੰਨਾ ਸੌਖਾ ਨਹੀਂ ਰਿਹਾ। ਜਿਹੜਾ ਬੰਦਾ ਜਦੋਂ ਇਹ ਆਮ ਬੰਦੇ ਦਾ ਫੋਨ ਤਾਂ ਤੁਸੀਂ ਦੇਖ ਸਕਦੇ ਹੋ ਵੀ ਕਿੱਥੋਂ ਆਇਆ, ਪਤਾ ਲੱਗ ਸਕਦਾ, ਪਰ ਜਦੋਂ ਇਸ ਤਰੀਕੇ ਦੇ ਨਾਲ ਉਹ ਬੰਦਾ ਪਤਾ ਹੀ ਨਹੀਂ ਕਿਹੜੇ ਦੇਸ਼ ਦੇ ਵਿੱਚ ਬੈਠਾ, ਕਿੱਥੋਂ ਬੈਠਾ ਅਤੇ ਕਿਸ ਨੰਬਰ ਤੋਂ ਤੁਹਾਨੂੰ ਫੋਨ ਕਰ ਰਿਹਾ ਹੈ, ਅਤੇ ਇਹ ਰੀਅਲਾਈਜੇਸ਼ਨ ਨਹੀਂ ਹੁੰਦੀ, ਅਤੇ ਉਦੋਂ ਤੱਕ ਜਿਹੜੇ ਉਹਦੇ ਪੈਸੇ ਆ ਉਹ ਜਾ ਚੱਕੇ ਹੁੰਦੇ ਆ। ਅਤੇ ਕਈ ਵਾਰੀ ਫਿਰ ਜਿਹਦੀ ਗੱਲ ਕੀਤੀ ਜਾਂਦੀ ਕਿ ਤੁਹਾਡਾ ਬੰਦਾ ਜੇਲ੍ਹ ਦੇ ਵਿੱਚ ਆ, ਉਹਦਾ ਫੋਨ ਆ ਜਾਂਦਾ, ਅਤੇ ਫਿਰ ਘਰ ਦੇ ਉਹਨੂੰ ਪੁੱਛਦੇ ਵੀ ਤੂੰ ਜੇਲ੍ਹ ਦੇ ਵਿੱਚੋਂ ਕਦੋਂ ਬਾਹਰ ਆਇਆ, ਅਤੇ ਫਿਰ ਉਹਨਾਂ ਨੂੰ ਰੀਅਲਾਈਜ਼ ਹੁੰਦਾ ਕਿ ਅਸੀਂ ਇੱਕ ਬਹੁਤ ਵੱਡੇ ਸਕੈਮ ਦੇ ਵਿੱਚ ਫਸ ਗਏ ਸੀ ਅਤੇ ਜਿਹਦੇ ਵਿੱਚ ਅਸੀਂ ਇੰਨਾ ਨੁਕਸਾਨ ਕਰਾ ਚੁੱਕੇ ਹਾਂ। ਇੱਕ ਬੰਦੇ ਨੇ $30,000 ਕਿਸੇ ਦੇ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿੱਤਾ। 127 ਨੇ $7,000 ਤਾਂ ਘੱਟੋ ਘੱਟ ਜ਼ਰੂਰ ਕਰਾਇਆ, ਕਿਸੇ ਨੇ ਕੁਛ ਵੱਧ ਵੀ ਕਰਾਇਆ, ਕਿਸੇ ਨੇ ਕੁਛ ਘੱਟ ਵੀ ਕਰਾਏ ਆ। 2 ਬੰਦੇ ਐਡਮਿੰਟਨ ਪੁਲਿਸ ਨੇ ਅਰੈਸਟ ਕੀਤੇ ਸੀ ਇਸ ਗ੍ਰੈਂਡ ਪੇਰੈਂਟ ਸਕੀਮ ਦੇ ਵਿੱਚ ਹਫ਼ਤਾ ਪਹਿਲਾਂ ਹੀ। ਦੋਵਾਂ ਕੇਸਿਸ ਦੇ ਵਿੱਚ ਜਿਹੜਾ ਵਿਕਟਮ ਆ ਉਹ ਆਪਣੇ 70ਵੇਂ ਐਕਟ ਦੇ ਵਿੱਚ ਆ, ਅਤੇ ਜਿਹੜਾ ਸਕੈਮਰ ਸੀਗਾ, ਜਿਹੜਾ ਫੋਨ ਕਰਨ ਵਾਲਾ ਸੀ, ਉਹ ਕਹਿੰਦਾ ਵੀ ਮੈਂ ਤੁਹਾਡਾ ਭਤੀਜਾ ਹਾਂ ਅਤੇ ਮੈਨੂੰ $9,000 ਚਾਹੀਦਾ। ਪੁਲਿਸ ਕਹਿੰਦੀ ਆ ਵੀ ਜਿਹੜੇ ਇਹਨਾਂ ਦਾ ਕੋਈ ਆਪਸ ਦੇ ਵਿੱਚ ਰਿਸ਼ਤਾ ਨਹੀਂ ਸੀ। ਐਵਰੇਜ ਵਿਕਟਮ ਜਿਹੜਾ ਜਿਹਨੂੰ ਉਹ ਟਾਰਗੇਟ ਕਰ ਰਿਹਾ, ਉਹਦੀ ਉਮਰ ਆਮ ਤੌਰ 'ਤੇ 80 ਸਾਲ ਦੇ ਨੇੜੇ ਦੱਸੀ ਜਾ ਰਹੀ ਆ। ਜਿਹੜਾ
ਐਵਰੇਜ ਇੱਕ ਵਿਕਟਮ ਹੈਗਾ ਜਿਹਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਇਹ ਲੈਣ ਦੇ ਲਈ। ਸੋ ਕੁਝ ਕੇਸਿਸ ਦੇ ਵਿੱਚ ਇਹ ਵੀ ਕਹਿੰਦੇ ਆ ਕਿ ਉਹਦਾ ਨੱਕ ਟੁੱਟ ਗਿਆ ਜਾਂ ਉਹਦਾ ਜਬਾੜਾ ਟੁੱਟ ਗਿਆ, ਪੁਲਿਸ ਆਫੀਸਰ ਨੂੰ ਜਾਂ ਕੋਰਟ ਦੇ ਵਿੱਚ ਵਕੀਲ ਜਾਂ ਜੱਜ ਨੂੰ ਇਹ ਪੈਸੇ ਚਾਹੀਦੇ ਆ, ਜਾਂ ਮੈਂ ਫਾਈਨ ਦੇਣਾ ਆ ਜਾਂ ਮੈਂ ਜ਼ਮਾਨਤ ਦੇਣੀ ਆ, ਮੈਨੂੰ ਬੇਲ ਦੇ ਲਈ ਚਾਹੀਦੇ ਆ। ਅਤੇ ਇਹ ਮਤਲਬ ਸਾਰੇ ਸਿਚੁਏਸ਼ਨਸ ਦੇ ਵਿੱਚ ਬੰਦੇ ਕੋਲੋਂ ਪੈਸੇ ਲੈ ਲਏ ਜਾਂਦੇ। 2 ਔਰਤਾਂ ਨੂੰ ਪੁਲਿਸ ਨੇ ਅਰੈਸਟ ਕੀਤਾ, ਇੱਕ 31 ਸਾਲਾਂ ਦੀ ਹੈ, ਇੱਕ 26 ਸਾਲਾਂ ਦੀ ਹੈ। ਦੋਵੇਂ ਉਹ ਸੀ ਜਿਨ੍ਹਾਂ ਨੇ ਉਸ ਵਿਕਟਮ ਦੇ ਘਰ ਤੋਂ ਪੈਸੇ ਚੱਕੇ ਆ। ਮਤਲਬ ਫੋਨ ਕਰਨ ਵਾਲਾ ਕਹਿੰਦਾ ਵੀ ਤੁਹਾਡੇ ਕੋਲ ਬੰਦਾ ਭੇਜ ਦਿੰਦੇ, ਉਹਨੂੰ ਪੈਸੇ ਦੇ ਦਿਓ ਤੁਸੀਂ। ਉਹ ਜਿਹੜੀਆਂ 2 ਔਰਤਾਂ ਸੀਗੀਆਂ ਇਹਨਾਂ ਨੂੰ ਪੁਲਿਸ ਨੇ ਕਿਸੇ ਨਾ ਕਿਸ ਤਰ੍ਹਾਂ ਲੱਭ ਕੇ ਗ੍ਰਿਫਤਾਰ ਕੀਤਾ। ਅਦਰਵਾਈਜ਼ ਬਹੁਤ ਔਖਾ ਆ। ਤੁਹਾਡੇ ਨਾਲ ਜੇ ਕੋਈ ਫਰਾਡ ਹੋਇਆ ਜਾਂ ਇੱਦਾਂ ਦਾ ਕੋਈ ਕੇਸ ਤੁਹਾਨੂੰ ਪਤਾ ਹੈ, ਤੁਸੀਂ ਕੈਨੇਡੀਅਨ ਐਂਟੀ ਫਰਾਡ ਸੈਂਟਰ ਦੇ ਨਾਲ ਜਿਹੜਾ ਸੰਪਰਕ ਕਰ ਸਕਦੇ ਆ। ਗ੍ਰੈਂਡ ਪੇਰੈਂਟ ਸਕੈਮ ਜਿਹੜਾ ਅਲਬਰਟਾ ਦੇ ਵਿੱਚ ਹੋਇਆ ਆ, ਉਹਦੀ ਰਿਪੋਰਟ ਵੀ ਤੁਸੀਂ ਕਰ ਸਕਦੇ ਆ ਤਾਂ ਕਿ ਇਹਦੇ ਵਿੱਚੋਂ ਲੋਕਾਂ ਨੂੰ ਸੌਖਿਆਂ ਕੱਢਿਆ ਜਾ ਸਕੇ। ਕੈਨੇਡਾ ਦੇ ਵਿੱਚ ਡਾਕਟਰਾਂ ਦੀ ਘਾਟ ਅਸੀਂ ਬਹੁਤ ਵਾਰੀ ਡਿਸਕਸ ਕੀਤਾ। ਹੁਣ ਤੱਕ ਸਮੱਸਿਆ ਦਾ ਇਹ ਪਾਸਾ ਸਾਨੂੰ ਪਤਾ ਸੀ ਕਿ ਇੰਨੇ ਬੰਦਾ, ਇੰਨੇ ਲੱਖ ਜਾਂ ਇੰਨੇ ਮਿਲੀਅਨ ਬੰਦਾ ਜਿਹਦੇ ਕੋਲ ਡਾਕਟਰ ਹੈ ਨਹੀਂ। 13 ਜਿਹੜਾ ਲੱਖ ਦੇ ਕਰੀਬ ontario ਦੇ ਵਿੱਚ ਅਤੇ 10 ਲੱਖ ਦੇ ਕਰੀਬ BC ਦੇ ਵਿੱਚ ਵੀ ਉਹ ਲੋਕ ਆ ਜਿਹੜੇ ਡਾਕਟਰ ਨੂੰ ਲੱਭ ਰਹੇ ਆ, ਬਾਕੀਆਂ ਦੇ ਕੋਲ ਡਾਕਟਰ ਹੈਗੇ ਆ। ਸਮੱਸਿਆ ਦਾ ਦੂਜਾ ਪਾਸਾ ਉਸ ਵੇਲੇ ਸਾਹਮਣੇ ਆ ਰਿਹਾ ਵੀ ਜਿਹੜੇ ਡਾਕਟਰਾਂ ਦੇ ਕੋਲ ਮਰੀਜ਼ ਹੈਗੇ ਆ, ਉਹ ਡਾਕਟਰ ਹੁਣ ਆਪ ਹੀ ਪੇਸ਼ੈਂਟ ਨੂੰ ਚਿੱਠੀ ਪਾ ਕੇ ਕਹੀ ਜਾਂਦੇ ਵੀ ਅਸੀਂ ਤੁਹਾਨੂੰ ਹੁਣ ਜ਼ਿਆਦਾ ਚਿਰ ਨਹੀਂ ਲੈ ਸਕਦੇ ਕਿਉਂਕਿ ਸਾਡੇ ਵੈਸੇ ਮਰੀਜ਼ ਬਹੁਤ ਆ ਅਤੇ ਤੁਹਾਨੂੰ ਅਸੀਂ ਛੱਡ ਰਹੇ ਹਾਂ। ਮਤਲਬ ਜਿਨ੍ਹਾਂ ਕੋਲ, ਜੇ ਤੁਹਾਡੇ ਕੋਲ ਇਸ ਵੇਲੇ ਡਾਕਟਰ ਹੈਗਾ, ਫੈਮਿਲੀ ਡਾਕਟਰ, ਅਤੇ ਕੋਈ ਪਤਾ ਨਹੀਂ ਕੱਲ੍ਹ ਨੂੰ ਤੁਹਾਨੂੰ ਚਿੱਠੀ ਪਾ ਕੇ ਇਹ ਕਹਿ ਦੇਵੇ ਕਿ ਬਸ ਅੱਜ ਤੋਂ ਬਾਅਦ ਤੁਹਾਡਾ ਸਾਡਾ ਹਿਸਾਬ ਖਤਮ ਅਤੇ ਮੈਂ ਤੁਹਾਡਾ ਫੈਮਿਲੀ ਡਾਕਟਰ ਨਹੀਂ ਰਹਿ ਸਕਦਾ, ਕਿਉਂਕਿ ਉਹ ਕਹਿੰਦੇ ਸਾਡੇ 'ਤੇ ਬੋਝ ਹੀ ਇੰਨਾ ਆ। ਆਲਰੇਡੀ ਸਾਡੇ ਕੋਲ ਇੰਨੇ ਪੇਸ਼ੈਂਟ ਆ। ਹੁਣ ਹੋਣਾ ਤਾਂ ਉਲਟਾ ਚਾਹੀਦਾ ਸੀ ਵੀ ਜਿਹੜੇ ਲੋਕ ਇਸ ਵੇਲੇ ਬਿਨਾਂ ਡਾਕਟਰਾਂ ਤੋਂ ਬੈਠੇ ਆ ਕੈਨੇਡਾ ਦੇ ਵਿੱਚ, ਉਹਨਾਂ ਦੀ ਸਰਕਾਰ ਮਦਦ ਕਰਦੀ, ਜ਼ਿਆਦਾ ਨਵੇਂ ਡਾਕਟਰ ਆਉਂਦੇ, ਕੁਛ ਨਾ ਕੁਛ ਕਰਕੇ ਜਿਹੜੇ ਵਿਹਲੇ, ਜਿਹਨਾਂ ਕੋਲ ਡਾਕਟਰ ਹੈ ਨਹੀਂ ਗੇ, ਉਹ ਲੋਕ ਜਿਹੜੇ ਸਾਹਮਣੇ ਆਉਂਦੇ ਅਤੇ ਉਹਨਾਂ ਨੂੰ ਡਾਕਟਰ ਮਿਲਣੇ ਸ਼ੁਰੂ ਹੋ ਜਾਂਦੇ। ਅਤੇ ਆਪਾਂ ਇਹ ਗੱਲ ਮੰਨ ਸਕਦੇ ਸੀ ਵੀ ਹਾਲਾਤ ਕੁਛ ਸੁਧਰ ਰਿਹਾ। ਹੁਣ ਉਲਟਾ ਰਿਹਾ ਕਿ ਡਾਕਟਰ ਜਿਹੜੇ ਪੇਸ਼ੈਂਟ ਹੈਗੇ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਛੱਡ ਰਹੇ ਹਾਂ, ਇੰਨੀ ਤਰੀਕ ਤੋਂ ਬਾਅਦ ਤੁਸੀਂ ਆਪਣੇ ਲਈ ਕੁਛ ਹੋਰ ਡਾਕਟਰ ਲੱਭ ਲਓ, ਅਸੀਂ ਨਹੀਂ ਤੁਹਾਨੂੰ ਲੈ ਸਕਦੇ। ਉਹ ਲੋਕ ਜਿਨ੍ਹਾਂ ਦੇ ਪਿਛਲੇ 25 ਸਾਲ ਤੋਂ ਸੇਮ ਫੈਮਿਲੀ ਡਾਕਟਰ ਆ। ontario ਦੇ ਵਿੱਚ ਕੁਛ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਆ ਕਿ ਜਿਹੜੇ ਜਨਰਲ ਪ੍ਰੈਕਟੀਸ਼ਨਰ ਡਾਕਟਰ ਨੇ, ਉਹਨਾਂ ਨੇ ਜਿਹੜੀ ਚਿੱਠੀ ਪਾਈ ਆ ਇੱਕ ਪੇਸ਼ੈਂਟ ਦੇ ਘਰ ਦੇ ਵਿੱਚ ਕਿ 1 ਫਰਵਰੀ 2023 ਤੱਕ ਮੇਰਾ ਤੁਹਾਡੇ ਨਾਲ ਇਹ ਹਿਸਾਬ ਕਿਤਾਬ ਹੈਗਾ, ਮੈਂ ਤੁਹਾਡਾ ਫੈਮਿਲੀ ਡਾਕਟਰ ਹਾਂ, ਇਹਦੇ ਤੋਂ ਬਾਅਦ ਤੁਸੀਂ ਆਪਣੇ ਲਈ ਡਾਕਟਰ ਹੋਰ ਲੱਭੋ। ਉਹ ਮਤਲਬ ਚਿੱਠੀ ਦੱਸਦੇ ਆ ਵੀ ਅਸੀਂ ਕੁਛ ਕਰ ਨਹੀਂ ਸਕਦੇ, ਵੀ ਅਸੀਂ ਆਪਣਾ ਜਿਹੜਾ ਜਿੰਨੇ ਸਾਡੇ ਕੋਲ ਟੋਟਲ ਪੇਸ਼ੈਂਟ ਆ ਅਸੀਂ ਉਹਨਾਂ ਦੀ ਗਿਣਤੀ ਘਟਾਉਣਾ ਚਾਹੁੰਦੇ ਕਿਉਂਕਿ ਸਾਡੇ ਕੋਲੋਂ ਇੰਨਾ ਬੋਝ ਨਹੀਂ ਚੱਕਿਆ ਜਾਂਦਾ, ਇਹਨਾਂ ਦੀ ਗਿਣਤੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਘਟਾਉਣੀ ਆ। ਅਤੇ ਉਹਦਾ ਇੱਕੋ ਹੀ ਤਰੀਕਾ ਹੋ ਸਕਦਾ ਵੀ ਜਿਹੜੇ ਮਰੀਜ਼ ਹੈਗੇ ਉਹਨਾਂ ਨੂੰ ਉਹ ਛੱਡਣਾ ਸ਼ੁਰੂ ਕਰ ਦੇਣ। ਉਹ ਹੁਣ ਔਰਤ ਇਹ ਦੱਸਦੀ ਆ ਵੀ ਸਾਨੂੰ ਇਹ ਤਾਂ ਪਤਾ ਸੀ ਵੀ ਬਹੁਤ ਸਾਰੇ ਲੋਕ ਉਹ ਹੈਗੇ ਜਿਨ੍ਹਾਂ ਕੋਲ ਜਨਰਲ ਪ੍ਰੈਕਟੀਸ਼ਨਰ ਹੈ ਨਹੀਂ ਗੇ, ਅਤੇ ਇਹ ਜਿਹੜਾ GP ਆ ਇਹਨੂੰ ਕਿੱਦਾਂ ਲੱਭਣਾ ਆ। ਪਰ ਹੁਣ ਜੇ ਉਹਨਾਂ ਦਾ ਜਿਹੜਾ ਫੈਮਿਲੀ ਫਿਜ਼ੀਸ਼ੀਅਨ ਆ ਜਾਂ ਜਿਹੜਾ GP ਆ ਉਹ ਉਹਨਾਂ ਨੂੰ ਛੱਡੀ ਜਾ ਰਿਹਾ ਹੈ ਤਾਂ ਉਹ ਕਿੱਥੇ ਜਾਣਗੇ? ਇਹ ਇੱਕ ਨਵੀਂ ਸਮੱਸਿਆ ਦਾ ਸਾਹਮਣਾ ਟੋਰਾਂਟੋ ਦੇ ਵਿੱਚ ਕੁਛ ਲੋਕ ਕਰ ਰਹੇ ਆ। ਗ੍ਰੇਟਰ ਟੋਰਾਂਟੋ ਏਰੀਆ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇੱਦਾਂ ਦੀ ਸਿਚੁਏਸ਼ਨ ਆਈ ਆ, ਲੋਕਾਂ ਦੇ ਘਰ ਦੇ ਵਿੱਚ ਚਿੱਠੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਸੀਂ ਜਿਹੜੇ ਆ ਪੇਸ਼ੈਂਟ ਆ ਉਹਨਾਂ ਨੂੰ ਡਰੋਪ ਕਰ ਰਹੇ ਹਾਂ। ਕਾਨੂੰਨੀ ਤੌਰ 'ਤੇ ਡਾਕਟਰ ਇੱਦਾਂ ਕਰ ਸਕਦਾ, ਉਹਦੇ ਕੋਲ ਅਧਿਕਾਰ ਆ, ਉਹ ਕਹਿ ਸਕਦਾ ਵੀ ਮੈਂ ਨਹੀਂ ਲੈਣੇ, ਮੈਂ ਇੰਨੇ ਹੀ ਲੈਣੇ ਆ। ਜਿਹੜੀ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨ ਅਤੇ ਕੈਨੇਡੀਆ ਦੀ ਫੈਮਿਲੀ ਫਿਜ਼ੀਸ਼ੀਅਨ ਆਫ ਕੈਨੇਡਾ ਆ, ਉਹ ਇਸ ਵੇਲੇ ਦੱਸ ਰਿਹਾ ਹੈ ਕਿ 5 ਮਿਲੀਅਨ ਜਿਹੜੇ 50 ਲੱਖ ਦੇ ਕਰੀਬ ਲੋਕ ਨੇ ਆਪਣੇ ਇੱਥੇ ਪੂਰੇ ਕੈਨੇਡਾ ਦੇ ਵਿੱਚ, ਉਹਨਾਂ ਕੋਲ ਫੈਮਿਲੀ ਡਾਕਟਰ ਹੈ ਨਹੀਂ, ਜਿਹਦੇ 'ਚ 2 ਮਿਲੀਅਨ ਦੱਸ ਰਿਹਾ ਹੁਣ ਅੰਕੜਾ ਕਿ 20 ਲੱਖ ਬੰਦਾ ontario ਦੇ ਵਿੱਚ ਆ ਜਿਹਨਾਂ ਦੇ ਕੋਲ ਡਾਕਟਰ ਹੈ ਨਹੀਂ ਗਾ। ਅਤੇ ਹੁਣ ਫਿਰ ਉਹ ਕਰ ਵੀ ਕੁਛ ਨਹੀਂ ਸਕਦੇ ਕਿ ਡਾਕਟਰ ਕਹਿ ਰਿਹਾ ਆ ਕਿ ਅਸੀਂ ਨਹੀਂ ਤੁਹਾਨੂੰ ਲੈਣਾ ਜਾਂ ਅਸੀਂ ਤੁਹਾਨੂੰ ਘਟਾ ਰਹੇ ਹਾਂ, ਤਾਂ ਉਹ ਕਹਿੰਦੇ ਇਹਦੇ ਵਿੱਚ ਅਸੀਂ ਕੁਛ ਨਹੀਂ ਕਰ ਸਕਦੇ। ਉਹ ਸਲਾਹ ਡਾਕਟਰਾਂ ਨੂੰ ਜ਼ਰੂਰ ਦੇ ਰਿਹਾ, ਜਿਹੜਾ ਇਹਨਾਂ ਦਾ ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨ ਆਫ ontario ਆ, ਉਹਦੀਆਂ ਗਾਈਡਲਾਈਨਸ ਇਹ ਜ਼ਰੂਰ ਦੇ ਰਿਹਾ ਕਿ ਜੇ ਤੁਸੀਂ ਆਪਣਾ ਸਾਈਜ਼ ਪੇਸ਼ੈਂਟ ਦਾ ਘਟਾਉਣਾ ਚਾਹੁੰਦੇ ਹੋ ਤਾਂ ਕੁਛ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖੋ ਕਿ ਪ੍ਰੋਫੈਸ਼ਨਲ ਜੱਜਮੈਂਟ ਕਰੋ ਕਿ ਪੇਸ਼ੈਂਟ ਨੂੰ ਤੁਸੀਂ ਕਿੱਦਾਂ ਸਿਲੈਕਟ ਕਰਨਾ ਅਤੇ ਕਿੱਦਾਂ ਕੱਢਣਾ। ਹੁਣ ਕੱਢਣੇ ਤਾਂ ਹੈਗੇ ਆ, ਡਾਕਟਰ ਕੋਲ 200 ਪੇਸ਼ੈਂਟ ਆ, ਉਹ ਕਹਿੰਦਾ ਮੈਂ 150 ਰੱਖਣੇ, ਪਰ ਕਿਹੜੇ 50 ਨੂੰ ਉਹ ਕਹੇ ਕਿ ਤੁਸੀਂ ਜਾਓ ਰੈਂਡਮਲੀ ਨਹੀਂ, ਉਹ ਕਹਿੰਦੇ ਕਹਿਣਾ ਚਾਹੀਦਾ ਤੁਸੀਂ ਜਿਹੜਾ ਪੇਸ਼ੈਂਟ ਸਿਲੈਕਟ ਕਰਨ ਦਾ ਇੱਕ ਪ੍ਰੋਪਰ ਮੈਥਡ ਅਪਣਾਓ ਜਿਹੜਾ ਫੇਅਰ ਹੋਵੇ, ਟਰਾਂਸਪੇਰੈਂਟ ਹੋਵੇ ਅਤੇ ਉਹਦੇ ਵਿੱਚੋਂ ਪਤਾ ਲੱਗੇ। ਜਿਹੜੀ ਮੈਡੀਕਲ ਜ਼ਰੂਰਤ ਆ ਪੇਸ਼ੈਂਟ ਦੀ,
ਵੀ ਉਹਨੂੰ ਦੇਖਿਆ ਜਾਵੇ। ਹੁਣ ਜਿਹੜਾ ਬੰਦਾ ਠੀਕ ਠਾਕ ਆ ਵੈਸੇ ਫੈਮਿਲੀ ਡਾਕਟਰ ਕੋਲ ਜਾਂਦਾ, ਕਿਤੇ ਕੋਈ ਬਿਮਾਰੀ ਹੋ ਜਾਂਦੀ ਆ ਉਹਨੂੰ ਪਹਿਲਾਂ ਕੱਢ ਦਿੱਤਾ ਜਾਵੇ ਜੇ ਤੁਸੀਂ ਕੱਢਣਾ ਚਾਹੁੰਦੇ ਹੋ। ਤੇ ਜਿਹੜਾ ਕਿਸੇ ਦੀ ਮੈਡੀਕਲ ਜ਼ਰੂਰਤ ਬਹੁਤ ਜ਼ਿਆਦਾ ਆ, ਵੀ ਉਹਨੂੰ ਕੋਈ ਬਿਮਾਰੀ ਆ ਤੇ ਲਗਾਤਾਰ ਮੈਡੀਸਿਨ ਦੀ ਲੋੜ ਰਹਿੰਦੀ ਜ਼ਿਆਦਾ, ਉਹਦੀ ਵਿਜ਼ਿਟ ਆ, ਉਹਨੂੰ ਉਹ ਕਹਿੰਦੇ ਤੁਸੀਂ ਰੱਖ ਲਿਆ ਜਾਵੇ। ਪੇਸ਼ੈਂਟ ਦੀ ਵਲਨਰੇਬਿਲਿਟੀ ਕੀ ਆ, ਉਹਦੀ ਅਬਿਲਿਟੀ ਕੀ ਆ ਕਿ ਉਹ ਅਲਟਰਨੇਟ ਕੇਅਰ ਲੱਭ ਸਕੇ। ਮਤਲਬ ਕੋਈ ਬਜ਼ੁਰਗ ਆ, ਉਹਦੇ ਕੋਲ ਹੈ ਹੀ ਨਹੀਂ ਆ ਕੋਈ ਹੋਰ, ਉਹ ਕਿੱਥੋਂ ਲੱਭ ਸਕਦਾ, ਉਹਨੂੰ ਨਾ ਕੀਤਾ ਜਾਵੇ। ਸੋ ਇੱਕ ਉਹਨਾਂ ਨੇ ਮਤਲਬ ਇੱਕ ਗਾਈਡਲਾਈਨ ਜਿਹੀਆਂ ਜ਼ਰੂਰ ਦੇ ਦਿੱਤੀਆਂ ਆ, ਪਰ ਇਹ ਇੱਕ ਨਵਾਂ ਸੰਕਟ ਤੇ ਨਵੀਂ ਸਮੱਸਿਆ ਜ਼ਰੂਰ ਸਾਹਮਣੇ ਆਉਂਦੀ ਆ ਕਿ ਜਿਨ੍ਹਾਂ ਕੋਲ ਹੈ ਨਹੀਂ ਸੀ ਡਾਕਟਰ, ਉਹ ਤਾਂ ਪਹਿਲਾਂ ਤੰਗ ਸੀਗੇ, ਪਰ ਹੁਣ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਆਲਰੇਡੀ ਹੈਗੇ ਆ ਉਹਨਾਂ ਦੇ ਡਾਕਟਰ ਉਹਨਾਂ ਨੂੰ ਜਵਾਬ ਦੇਣ ਲੱਗ ਪਿਆ ਕਿ ਤੁਸੀਂ ਆਪਣੇ ਲਈ ਕੋਈ ਨਾ ਕੋਈ ਡਾਕਟਰ ਹੋਰ ਲੱਭ ਲਓ। ਬੜੀਆਂ ਕੋਸ਼ਿਸ਼ਾਂ ਸਰਕਾਰ ਕਰ ਰਹੀ ਹੈ, ਪਰ ਲੋਕ ਆਸ ਕਰ ਰਹੇ ਆ ਕਿ ਜਲਦੀ ਜਲਦੀ ਇਸ ਸਮੱਸਿਆ ਦਾ ਕੋਈ ਹੱਲ ਹੋਵੇ ਤੇ ਲੋਕ ਆਪਣੀ ਸਿਹਤ ਦਾ ਜ਼ਿਆਦਾ ਚੰਗੀ ਤਰ੍ਹਾਂ ਧਿਆਨ ਰੱਖ ਸਕਣ। ਚੋਰੀਆਂ ਬਹੁਤ ਹੁੰਦੀਆਂ, ਆਪਾਂ ਕਾਰਾਂ ਦੀ ਚੋਰੀ ਬਾਰੇ ਗੱਲਬਾਤ ਕੀਤੀ ਸੀ। ਅਲਬਰਟਾ ਦੇ ਵਿੱਚ ਜਿਹੜੇ ਇੱਕ RV ਡੀਲਰ ਆ, ਉਹਨੇ ਕਿਹਾ ਕਿ ਜਿਹੜਾ 5th ਵੀਲ ਟ੍ਰੇਲਰਸ ਆ ਉਹ ਚੋਰੀ ਹੋਣ ਲੱਗ ਪਏ ਆ। ਜਿਹੜੀਆਂ RV ਜਿੱਦਾਂ ਵੈਨਾਂ ਹੁੰਦੀਆਂ ਉਹਦੇ ਪਿੱਛੇ ਲੰਬੇ ਟ੍ਰੇਲਰ ਹੁੰਦੇ ਆ, ਟਰੱਕ ਦੇ ਪਿੱਛੇ ਪਾ ਕੇ ਲੈ ਜਾਂਦੇ ਆ। ਕੋਈ ਘੁੰਮਣ ਫਿਰਨ ਦੇ ਲਈ ਲੋਕ ਹਫ਼ਤਾ ਬਾਹਰ ਜਾਂਦੇ ਆ। RV ਰੈਂਟਲ ਜਿਹੜੇ ਤੁਹਾਨੂੰ ਪਤਾ ਆ ਕਿ ਉਹ ਉਹਨਾਂ ਦੇ ਮਤਲਬ ਹਫ਼ਤਾ ਜਾਂ ਕਿੰਨੇ ਚਿਰ ਦੇ ਲਈ ਉਹ ਰੈਂਟ ਕਰ ਲੈਂਦੇ, ਉਹਦੇ ਵਿੱਚ ਹੀ ਖਾਣਾ ਪੀਣਾ ਨਹਾਉਣਾ ਸੌਣਾ ਉਸ ਟ੍ਰੇਲਰ ਦੇ ਵਿੱਚ ਹੀ ਹੁੰਦਾ ਆ। ਇਹ ਕਾਰਾਂ ਕੂਰਾਂ ਚੋਰੀ ਹੁੰਦੀਆਂ ਸੁਣੀਆਂ ਸੀ। $3 ਲੱਖ ਦੇ 2 ਟ੍ਰੇਲਰ ਚੋਰੀ ਹੋ ਗਏ ਅਲਬਰਟਾ ਦੇ ਵਿੱਚੋਂ। ਇਹ ਦੱਸਦੇ ਆ ਕਿ 4 ਦਸੰਬਰ ਦੀ ਘਟਨਾ ਆ। ਵਿਜ਼ਨ RV ਦੱਸਦੇ ਆ ਕਿ ਐਕਸ਼ਨ ਇੰਡਸਟਰੀਅਲ ਏਰੀਆ ਪਾਰਕਲੈਂਡ ਕਾਊਂਟੀ ਦਾ, ਉਹਦੇ ਵਿੱਚ ਸੀਗਾ ਥੋੜ੍ਹਾ ਜਿਹਾ ਐਡਮਿੰਟਨ ਤੋਂ ਵੈਸਟ ਵਾਲੇ ਪਾਸੇ ਨੂੰ ਇਹ ਜਗ੍ਹਾ ਆ। ਉੱਥੋਂ ਦੀ ਜਿਹੜੀ ਸਿਕਿਉਰਿਟੀ ਫੁਟੇਜ ਜਾਂ ਕੈਮਰੇ ਲੱਗੇ ਆ ਉਹ ਦੱਸਦੇ ਆ ਕਿ ਇੱਕ ਚਿੱਟੇ ਰੰਗ ਦਾ ਸ਼ੈਵਲਟ ਪਿਕਅਪ ਆਉਂਦਾ ਆ ਤੇ ਫਰੰਟ ਗੇਟ ਦੇ ਉੱਤੇ 2 ਵਜੇ ਤੜਕੇ ਦੀ ਇਹ ਗੱਲਬਾਤ ਦੱਸਦੇ ਆ। ਇੱਕ ਬੰਦਾ ਉਹਦੇ ਵਿੱਚੋਂ ਬਾਹਰ ਨਿਕਲਦਾ ਆ ਤੇ ਉਹ ਉਧਰ ਨੂੰ ਜਿਹੜਾ ਜਾਂਦਾ ਆ ਤੇ ਜਿਹੜੀ ਚੇਨ ਆ ਉਹਨੂੰ ਵੱਢ ਦਿੰਦਾ ਆ। ਉਹ ਕਿਸੇ ਵੀ ਬੋਲਟ ਕਟਰ ਦੇ ਨਾਲ ਅੰਦਰ ਚਲਿਆ ਜਾਂਦਾ ਆ। ਉੱਥੋਂ ਜਾ ਕੇ ਪਾਵਰ ਟੂਲ ਚੱਕਦਾ ਆ ਟਰੱਕ ਤੇ ਉੱਥੇ ਸਪਾਰਕ ਸਟਾਰਟ ਹੋ ਜਾਂਦੀ ਆ, ਜਿਹਦੇ ਤੋਂ ਬਾਅਦ ਉਹ ਜਿਹੜਾ ਬਾਹਰ ਨੂੰ ਲੈ ਜਾਂਦਾ ਆ। ਜਿਹੜੀ ਮੈਗਨੈਟਿਕ ਸਿਕਿਉਰਿਟੀ ਡੀਕਲ ਆ ਉਹ ਕਹਿੰਦੇ ਸਿੱਧਾ ਡਰਾਈਵਰ ਦੇ ਰੀਅਰ ਡੋਰ ਦੇ ਉੱਤੇ ਦੇਖਿਆ ਜਾ ਸਕਦਾ। ਬੰਦਾ ਗੇਟ ਖੋਲ੍ਹਦਾ ਤੇ ਉਹ ਲੈ ਕੇ ਬਾਹਰ ਚਲਿਆ ਜਾਂਦਾ। 10 ਮਿੰਟ ਬਾਅਦ ਉਹੀ ਬੰਦਾ ਫੇਰ ਆਉਂਦਾ, ਜਿਹੜਾ ਵਾਈਟ ਟਰੱਕ ਆ, ਫੇਰ ਦੁਬਾਰਾ ਆਉਂਦਾ ਤੇ ਉੱਥੇ ਆ ਕੇ ਉਹ ਸਿੱਧਾ ਜਿਹੜਾ 200 ਉੱਥੇ RV ਟ੍ਰੇਲਰ ਖੜਾ ਆ, ਉਹ ਸਿੱਧਾ ਉਹਦੇ ਵੱਲ ਜਾਂਦਾ ਜਿਹੜਾ ਸਭ ਤੋਂ ਮਹਿੰਗਾ ਆ, ਤੇ ਪ੍ਰੋਪਰ ਜਿੱਥੇ ਉਹ ਪਾਰਕ ਕੀਤਾ ਉਧਰਲੇ ਪਾਸੇ ਜਾ ਕੇ ਉਹਨੂੰ ਪਾਉਂਦਾ ਆ ਤੇ ਉਹਨੂੰ ਵੀ ਲੈ ਜਾਂਦਾ। ਇਹਦਾ ਮਤਲਬ ਕੀ ਆ ਕਿ ਪੂਰਾ ਪਲੈਨਡ ਸੀਗਾ, ਕਿ ਉਹਨੂੰ ਪਤਾ ਸੀ ਕਿ ਕਿਹੜੇ ਇਹਦੇ ਟ੍ਰੇਲਰ ਦੀ ਕਿੰਨੀ ਕੀਮਤ ਆ ਤੇ ਮੈਂ ਕਿਹੜਾ ਚੱਕਣਾ ਆ, ਤੇ ਉਹ ਕਿਸੇ ਤਰ੍ਹਾਂ ਵੀ ਹੈਜ਼ੀਟੇਟ ਨਹੀਂ ਕਰ ਰਿਹਾ, ਸਿੱਧਾ ਉਧਰਲੇ ਪਾਸੇ ਆ ਰਿਹਾ ਆ। ਤੇ ਉਹਦੇ ਤੋਂ ਬਾਅਦ ਮਤਲਬ ਜਿਹੜਾ ਇੱਕ ਟਰੱਕ ਦੀ ਕੀਮਤ $1,54,000 ਦੇ ਨੇੜੇ, ਟ੍ਰੇਲਰ ਦੀ ਕੀਮਤ $1,54,000 ਦੇ ਨੇੜੇ ਆ ਜਿਹੜਾ ਉਹ ਲੈ ਗਿਆ। ਤੇ ਹੁਣ ਟਰੱਕਸ ਨੂੰ ਵੱਖ-ਵੱਖ ਪਾਰਟਸ ਦੇ ਉੱਤੇ ਲੈ ਗਏ ਆ। ਤੇ ਦੂਜਾ ਜਿਹੜਾ ਇੱਕ ਦੀ ਕੀਮਤ $1,54,000 ਆ ਤੇ ਦੂਜਾ ਜਿਹੜਾ 43 ਫੁੱਟ ਦਾ ਫੋਰੈਸਟ ਰਿਵਰ ਕਾਰਡਨਲ ਆ ਉਹਦੀ ਕੀਮਤ $1,46,500 ਦੱਸੀ ਜਾ ਰਹੀ ਆ। ਤੇ ਇਹ ਲੱਗਦਾ ਆ ਕਿ ਉਹ ਪ੍ਰੋਪਰਟੀ ਦੇ ਉੱਤੇ ਇਹ ਚੋਰੀ ਤੋਂ ਪਹਿਲਾਂ ਵੀ ਆਇਆ ਸੀ। ਮਤਲਬ 12 ਕੁ ਘੰਟੇ ਪਹਿਲਾਂ ਕਸਟਮਰ ਬਿਲਕੁਲ ਉਸੇ ਤਰ੍ਹਾਂ ਦਾ ਮੈਚ, ਜਿਹੜਾ ਇਹ ਬੰਦਾ ਸਿਕਿਉਰਿਟੀ ਫੁਟੇਜ ਦੱਸਿਆ ਵੀ ਉਹ ਟ੍ਰੇਲਰ ਚੋਰੀ ਕਰਕੇ ਲੈ ਗਿਆ, ਬਿਲਕੁਲ ਇੱਦਾਂ ਦਾ ਬੰਦਾ ਉਹ ਕਹਿੰਦੇ ਇੱਥੇ ਆਇਆ ਸੀਗਾ ਵਿਜ਼ਨ RV ਦੇ ਉੱਤੇ ਤੇ ਇੱਕ ਜਿਹੜੀ ਸ਼ੈਵਲੇ ਸਿਡਾਨ ਦੇ ਵਿੱਚ, ਤੇ ਉੱਥੇ ਆ ਕੇ ਉਹਨੇ ਕਹਿੰਦੇ ਉਹ ਸੇਲਸ ਪਰਸਨ ਦੇ ਨਾਲ ਗੱਲਬਾਤ ਕੀਤੀ ਤੇ ਐਗਜ਼ੈਕਟ ਇਹਨਾਂ 2 RVs ਦੇ ਬਾਰੇ ਗੱਲਬਾਤ ਕੀਤੀ ਜਿਹੜੇ ਚੋਰੀ ਹੋ ਗਏ। ਸੋ ਅੰਦਾਜ਼ਾ ਇਹ ਲੱਗਦਾ ਵੀ ਉਹ ਪਹਿਲਾਂ ਦਿਨੇ ਦੇਖ ਦੂ ਗਿਆ ਕਿਹੜੇ ਆ, ਕਿੱਥੇ ਖੜੇ ਆ ਤੇ ਕਿੰਨੇ ਕਿਤੇ ਹੈਗੇ ਆ ਤੇ ਕਿਹੜਾ ਵਧੀਆ ਆ, ਤੇ ਰਾਤ ਨੂੰ ਆ ਕੇ ਉਹਨੇ ਉਹ ਦੋਵੇਂ ਜਿਹੜੇ ਆ ਚੋਰੀ ਕਰ ਲਿਆ। ਤੇ ਵਿਜ਼ਨ RV ਇਹਦੀ ਹੁਣ ਉਹਨਾਂ ਨੇ ਕਿਹਾ ਆ ਜਿਹੜੀ ਪਾਰਕਲੈਂਡ ਕਾਊਂਟੀ ਦੀ RCMP ਨੂੰ, ਤੇ ਉਹਨਾਂ ਨੇ ਵੀ ਇਹ ਕਨਫਰਮ ਕੀਤਾ ਆ। ਤੇ ਅੱਛਾ, ਇਹ ਉਹਨਾਂ ਦਾ ਪਹਿਲੀ ਵਾਰੀ ਨਹੀਂ ਉਹ ਕਹਿੰਦੇ ਸਾਡੇ ਨਾਲ ਹੋਇਆ, ਪਹਿਲਾਂ ਵੀ ਐਸੇ ਸਾਲ ਦੇ ਵਿੱਚ ਹੀ ਵਿਜ਼ਨ RP ਦੇ ਇਹ ਟ੍ਰੇਲਰ ਚੋਰੀ ਹੋ ਚੁੱਕੇ ਆ। ਸੋ ਇਹ ਜਿਹੜਾ ਉਹਨਾਂ ਨੇ ਇਹ ਦੱਸਿਆ ਕਿ ਪ੍ਰੋਪਰਟੀ 'ਤੇ ਜੁਲਾਈ ਮਹੀਨੇ ਦੇ ਵਿੱਚ ਐਸੇ ਸਾਲ ਦੇ ਵਿੱਚ ਇੱਕ ਹੋਲ ਕਰਕੇ ਜਿਹੜੀ ਸਿਕਿਉਰਿਟੀ ਫੈਂਸ ਆ ਉਹਨੂੰ ਕੱਟ ਕੇ ਉਹਦੇ 'ਚ ਹੋਲ ਕਰਕੇ ਉਹਦੇ ਵਿੱਚੋਂ ਵੀ ਇਹਨੂੰ ਤੋੜ ਲਿਆ ਗਿਆ ਸੀ। ਤੇ ਇੱਕ ਜਿਹੜਾ ਟ੍ਰੇਲਰ ਯੂਨਿਟ ਆ ਉਸ ਵੇਲੇ ਚੋਰੀ ਕੀਤਾ ਗਿਆ ਸੀ। ਸੋ ਹੁਣ ਛੋਟੀ ਮੋਟੀ ਚੀਜ਼ ਦੀ ਚੋਰੀ ਤਾਂ ਰੋਕੀ ਜਾ ਸਕਦੀ ਹੈ ਜਾਂ ਉਹਦੇ ਬਾਰੇ ਸੋਚਿਆ ਜਾ ਸਕਦਾ, ਪਰ ਐਡਾ ਵੱਡਾ 43 ਫੁੱਟ ਦਾ ਟ੍ਰੇਲਰ ਕੋ ਆਪਣੇ ਟਰੱਕ ਦੇ ਪਿੱਛੇ ਪਾ ਕੇ ਲੈ ਜਾਵੇ ਤੇ ਉਹ ਵੀ 2 ਇੱਕ ਰਾਤ ਨੂੰ ਲੈ ਜਾਵੇ। ਦੂਜੀ ਗੱਲ ਇਹ ਵੀ ਹੈ ਕਿ ਉਹਨੇ ਲੈ ਕੇ ਵੀ ਕਿੱਥੇ ਜਾਣੇ ਆ, ਅੰਦਰ ਵੀ ਨਹੀਂ ਰੱਖੇ ਜਾ ਸਕਦੇ
ਤੇ ਉਹ ਕਿੱਦਾਂ ਲੈ ਕੇ ਜਾਊਗਾ ਤੇ ਕਿੱਦਾਂ ਇਹਨੂੰ ਫੜਿਆ ਜਾਊਗਾ। ਇਹ ਆਪਣੇ ਆਪ ਦੇ ਵਿੱਚ ਰਹੱਸ ਵੀ ਆ ਤੇ ਲੋਕਾਂ ਲਈ ਇਹ ਸਿਕਿਉਰਿਟੀ ਨੂੰ ਲੈ ਕੇ ਚਿੰਤਾ ਵੀ ਆ ਵੀ ਜੇ ਉੱਥੇ ਸਿਕਿਉਰਿਟੀ ਕੈਮਰੇ ਵੀ ਲੱਗੇ ਆ ਤੇ ਨਾ ਉਹਨਾਂ ਤੋਂ ਡਰ ਰਹੇ ਆ ਨਾ ਕਿਸੇ ਹੋਰ ਗੱਲਬਾਤ ਤੋਂ ਡਰ ਰਹੇ ਆ। ਤੇ ਜੇ ਕਿਸੇ ਨੂੰ ਇਹਦੇ ਬਾਰੇ ਕੁਛ ਪਤਾ ਹੋਵੇ ਉਹਨਾਂ ਨੂੰ ਪਾਰਕਲੈਂਡ RCMP ਦੇ ਨਾਲ ਕੰਟੈਕਟ ਕਰਨਾ ਚਾਹੀਦਾ, ਜਾਂ ਕੋਈ ਟਿਪ ਉਹਨਾਂ ਦੇ ਕੋਲ ਹੈਗੀ ਹੈ ਕਿ ਇਸ ਕਿਸਮ ਦੇ ਉਹਨਾਂ ਨੇ ਜਿਹੜੇ ਟ੍ਰੇਲਰ ਦੇਖੇ ਆ ਤਾਂ ਉਹ ਅਨੋਨੀਮਸਲੀ ਜਿਹੜੀ ਕ੍ਰਾਈਮ ਸਟਾਪਰਸ ਆ ਉਹਦੇ ਥਰੂ ਵੀ ਜਾਣਕਾਰੀ ਦੇ ਸਕਦਾ ਆ। ਕੈਨੇਡਾ ਦੇ ਵਿੱਚ ਕਈ ਕਾਨੂੰਨ ਵੱਖ-ਵੱਖ ਸਮੇਂ ਦੇ ਵਿੱਚ ਚਰਚਾ ਦੇ ਵਿੱਚ ਰਹਿੰਦੇ ਆ। ਇਸ ਵੇਲੇ ਬਿੱਲ C-273 ਇਸ ਵੇਲੇ ਜਿਹੜੀ ਚਰਚਾ ਦੇ ਵਿੱਚ ਆ, ਬਿੱਲ C-273 ਤੇ ਇਹਦਾ ਸੈਕਸ਼ਨ 43 ਆਫ ਕ੍ਰਿਮੀਨਲ ਕੋਡ। ਮਾਮਲਾ ਕੀ ਆ ਕਿ ਇੱਕ ਉਹ ਕਾਨੂੰਨ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮਾਡਰਨ ਯੁੱਗ ਆ ਇਹਦੇ ਵਿੱਚ ਬੱਚੇ ਨੂੰ ਕਿਸੇ ਕਿਸਮ ਦੀ ਵੀ ਸਜ਼ਾ ਦੇਣੀ ਗਲਤ ਮੰਨੀ ਜਾਂਦੀ। ਮਤਲਬ ਇਹ ਜਿਹੜਾ ਸਿਸਟਮ ਆ ਇਸ ਗੱਲ ਦੇ ਵਿੱਚ ਯਕੀਨ ਨਹੀਂ ਰੱਖਦਾ ਕਿ ਬੱਚੇ ਨੂੰ ਸਜ਼ਾ ਦੇਣੀ ਚਾਹੀਦੀ ਆ, ਉਹਨੂੰ ਕੁੱਟਣਾ ਮਾਰਨਾ, ਫਿਜ਼ੀਕਲ ਪਨਿਸ਼ਮੈਂਟ ਜਾਂ ਕਿਸੇ ਵੀ ਕਿਸਮ ਦੀ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ। ਪਰ ਇਹ ਜਿਹੜਾ ਬਿੱਲ C-273 ਦਾ ਸੈਕਸ਼ਨ 43 ਆ, ਇਹਦੇ ਤਹਿਤ ਪੇਰੈਂਟਸ ਤੇ ਟੀਚਰ ਫੋਰਸ ਨੂੰ ਯੂਜ਼ ਕਰ ਸਕਦੇ ਆ, ਆਪਣੀ ਤਾਕਤ ਦੀ ਵਰਤੋਂ ਕਰ ਸਕਦੇ ਆ ਬੱਚੇ ਨੂੰ ਸੁਧਾਰਨ ਦੇ ਲਈ ਇੱਕ ਲਿਮਿਟਡ ਸਿਚੁਏਸ਼ਨ ਦੇ ਵਿੱਚ, ਪ੍ਰੋਵਾਈਡਡ ਕਿ ਕੋਈ ਮਤਲਬ ਖਾਸ ਕਾਰਨ ਹੋਣ ਜਿਹੜੇ ਤਹਿਤ ਉਹਨਾਂ ਨੇ ਬੱਚੇ ਨੂੰ ਸਜ਼ਾ ਦਿੱਤੀ ਹੈ। ਮਤਲਬ ਕਾਨੂੰਨ ਇਸ ਗੱਲ ਦੀ ਕੈਨੇਡਾ ਦੇ ਵਿੱਚ ਆਗਿਆ ਦਿੰਦਾ ਕਿ ਤੁਸੀਂ ਇਸ ਤਰੀਕੇ ਨਾਲ ਬੱਚੇ ਨੂੰ ਪਨਿਸ਼ ਕਰ ਸਕਦੇ ਆ। ਹੁਣ ਇੱਕ ਜੈਕਹੋਲੈਂਡ ਐਲੀਮੈਂਟਰੀ ਸਕੂਲ ਸੀ ਯੂਕੋਨ ਦੇ ਵਿੱਚ, ਉੱਥੇ ਘਟਨਾ ਵਾਪਰੀ ਸੀ ਐਸੇ ਕਿਸਮ ਦੀ, ਤੇ ਜਿਹੜੀ NDP ਹਾਊਸ ਲੀਡਰ ਆ ਪੀਟਰ ਜੂਲੀਅਨ, ਉਹਨਾਂ ਨੇ ਹੁਣ ਇਹ ਕਿਹਾ ਕਿ ਸੈਕਸ਼ਨ 43 ਨੂੰ ਰੀਅਪੀਲ ਕੀਤਾ ਜਾਣਾ ਚਾਹੀਦਾ ਕਿਉਂਕਿ ਇਹ ਸੈਕਸ਼ਨ ਪੇਰੈਂਟਸ ਨੂੰ ਫਿਜ਼ੀਕਲ ਫੋਰਸ ਯੂਜ਼ ਕਰਨ ਦੀ ਆਗਿਆ ਦਿੰਦਾ, ਜਿਹੜੀ ਕਿ ਗਲਤ ਹੈ। ਵੀ ਇਹ ਕਾਨੂੰਨ ਹੁਣ ਬੰਦ ਕਰ ਦੇਣਾ ਚਾਹੀਦਾ। ਬੱਚੇ ਦੇ ਖਿਲਾਫ ਕਿਸੇ ਕਿਸਮ ਦੀ ਵੀ ਜਿਹੜੀ ਫਿਜ਼ੀਕਲ ਪਨਿਸ਼ਮੈਂਟ ਆ ਉਹਨੂੰ ਨਹੀਂ ਦਿੱਤੀ ਜਾਣੀ। ਉਹ ਕਹਿੰਦੇ ਜਿੰਨਾ ਚਿਰ ਜਿਹੜਾ ਕ੍ਰਿਮੀਨਲ ਕੋਡ ਲੋਕਾਂ ਨੂੰ ਇਸ ਗੱਲ ਦੀ ਆਗਿਆ ਦਿੰਦਾ ਕਿ ਤੁਸੀਂ ਬੱਚਿਆਂ ਦੇ ਖਿਲਾਫ ਫੋਰਸ ਯੂਜ਼ ਕਰ ਸਕਦੇ ਆ, ਇਹ ਬਹੁਤ ਮਾੜੀ ਗੱਲ ਆ। ਜੂਲੀਅਨ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਨੇ 2004 ਦੇ ਵਿੱਚ ਰੂਲਿੰਗ ਦਿੱਤੀ ਸੀ ਜਿਹੜੀ ਇਹ ਕਹਿੰਦੀ ਆ ਕਿ ਇਹ ਰੀਜ਼ਨੇਬਲ ਹੋ ਸਕਦਾ ਕੁਝ ਸਰਕਮਸਟਾਂਸਿਸ ਦੇ ਵਿੱਚ। ਮਤਲਬ ਫਿਜ਼ੀਕਲ ਪਨਿਸ਼ਮੈਂਟ ਸਜ਼ਾ ਜਿਹੜੀ ਆ ਉਹ ਦਿੱਤੀ ਜਾ ਸਕਦੀ ਹੈ, ਪਰ ਕੁਝ ਹਾਲਤਾਂ ਦੇ ਵਿੱਚ ਜਿਹੜੀਆਂ ਕਿ ਯੋਗ ਹੋਣ, ਉੱਥੇ ਲੱਗਦਾ ਹੋਵੇ ਕਿ ਬੱਚੇ ਨੂੰ ਸੁਧਾਰਨ ਦੇ ਲਈ ਇਸ ਚੀਜ਼ ਦੀ ਜ਼ਰੂਰਤ ਸੀਗੀ। ਪਰ ਉਹ ਕਹਿੰਦੇ ਇਹ ਜਿਹੜਾ ਹੁਣ ਇਹਨੂੰ ਰੀਅਪੀਲ ਕੀਤਾ ਜਾਣਾ ਚਾਹੀਦਾ ਤੇ ਇਹਨੂੰ ਬੰਦ ਕਰ ਦੇਣਾ ਚਾਹੀਦਾ। ਬਿੱਲ C-273 ਇੰਟਰੋਡਿਊਸ ਕੀਤਾ ਗਿਆ ਸੀ ਹਾਊਸ ਆਫ ਕਾਮਰਸ ਦੇ ਵਿੱਚ ਮਈ ਦੇ ਵਿੱਚ, ਤੇ ਇਹ ਹੁਣ ਇਸ ਵੇਲੇ ਸੈਕੰਡ ਰੀਡਿੰਗ ਦੇ ਵਿੱਚ ਆ। ਕੈਨੇਡਾ ਦੇ ਲਾਜ਼ ਜਿਹੜੇ ਹੈਗੇ ਆ ਇਸ ਫੋਰਸ ਨੂੰ ਬੱਚਿਆਂ ਨੂੰ ਡਿਸਿਪਲਿਨ ਕਰਨ ਦੇ ਲਈ ਵਰਤਣ ਦੀ ਕਿਤੇ ਨਾ ਕਿਤੇ ਆਗਿਆ ਦਿੰਦੇ ਆ, ਤੇ ਹੁਣ ਇਹਨੂੰ ਜਿਹੜਾ ਸੈਕਸ਼ਨ 43 ਹੈ ਇਹਨੂੰ ਰੀਪਲ ਕਰਨ ਦੀ ਗੱਲਬਾਤ ਚੱਲ ਰਹੀ ਆ। ਕੈਨੇਡਾ ਦਾ ਪਹਿਲਾ ਕ੍ਰਿਮੀਨਲ ਕੋਡ ਜਿਹੜਾ 1892 ਦੇ ਵਿੱਚ ਆਇਆ ਸੀ, ਉਹ ਇਸ ਗੱਲ ਨੂੰ ਲੀਗਲ ਕਰਦਾ ਕਿ ਲਾਫੁਲ ਕਰੈਕਸ਼ਨ ਜਾਂ ਦੂਜੀ ਇਹਦੀ ਜਿਹੜਾ ਉਹ ਟਰਮ ਵਰਤਦੇ ਆ ਜਿਹੜੀ ਰੀਜ਼ਨੇਬਲ ਚੈਸਟਿਸਮੈਂਟ, ਬੱਚੇ ਦੇ ਅਨੁਸ਼ਾਸਨ ਨੂੰ ਠੀਕ ਠਾਕ ਕਰਨ ਦੇ ਲਈ ਵਰਤੀ ਜਾ ਸਕਦੀ। ਤੇ ਹੁਣ 1892 ਤੋਂ ਲੈ ਕੇ ਉਹ ਕਹਿੰਦੇ ਐਸੇ ਤਰ੍ਹਾਂ ਹੀ ਆ ਗਿਆ ਤੇ ਕਿੰਨਾ ਕੁਛ ਇਹਦੇ ਵਿੱਚ ਸਾਰਾ ਕੁਛ ਹੋ ਗਿਆ, ਤੇ ਹੁਣ ਇਹਦੀ ਜਿਹੜੀ ਲਿਮਿਟ ਸੈੱਟ ਕਰਨੀ ਚਾਹੀਦੀ ਆ ਸੈਕਸ਼ਨ 43 ਦੀ। ਜਿਹੜਾ ਸਕੂਲ ਟੀਚਰ ਆ, ਪੇਰੈਂਟ ਆ, ਜਿਹੜਾ ਵੀ ਇਸ ਥਾਂ ਦੇ ਉੱਤੇ ਖੜਾ ਆ, ਇਹਨੂੰ ਜਸਟੀਫਾਈ ਨਹੀਂ ਕਰ ਸਕਦਾ ਕਿ ਜਿਹੜੀ ਫੋਰਸ ਯੂਜ਼ ਕੀਤੀ ਜਾ ਸਕਦੀ ਹੈ। 2004 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਇਸ਼ੂ ਕੀਤੀ ਸੀ ਜਿਹਦੇ ਵਿੱਚ 6 ਜਸਟਿਸ ਅਪਹੋਲਡ ਸੈਕਸ਼ਨ 43 ਦੇ ਸੀ ਕਿ ਇਸ ਡਿਸੀਜਨ ਨੇ ਕਨਕਲੂਡ ਕੀਤਾ ਸੀ ਕਿ ਪਨਿਸ਼ਮੈਂਟ, ਫਿਜ਼ੀਕਲ ਪਨਿਸ਼ਮੈਂਟ ਜਿਹੜਾ ਬੱਚਿਆਂ ਦੇ ਵਿੱਚ ਕੰਸਟੀਟਿਊਸ਼ਨਲ ਆ, ਸੰਵਿਧਾਨਕ ਆ, ਠੀਕ ਆ, ਜਾਇਜ਼ ਆ, ਬਟ ਇਹਦੇ ਉੱਤੇ ਸਟ੍ਰਿਕਟ ਜਿਹੜੇ ਰੂਲ ਹੋਣੇ ਚਾਹੀਦੇ ਆ ਟੀਚਰ ਜਾਂ ਪੇਰੈਂਟਸ ਦੇ ਕਿ ਉਹਨਾਂ ਨੂੰ ਫੋਲੋ ਕਰਕੇ ਇਹ ਸਜ਼ਾ ਦਿੱਤੀ ਕਿ ਉਹਨਾਂ ਦੇ ਕੋਲ ਕੋਈ ਲੌਜਿਕ ਚਾਹੀਦਾ ਆ, ਵੀ ਇਹ ਕਰੈਕਟ ਪਰਪਸ ਲਈ ਹੋਣੀ ਚਾਹੀਦੀ ਆ, ਵੀ ਪੇਰੈਂਟਸ ਨੂੰ ਜਾਂ ਮਾਪਿਆਂ ਨੂੰ ਜਾਂ ਟੀਚਰ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਇਹ ਸਜ਼ਾ ਕੀ ਦੇ ਰਿਹਾ। ਔਰ ਦੂਜੀ ਗੱਲ ਇਹ ਇੱਕ ਇਹਦੀ ਕਈ ਉਹਨਾਂ ਨੇ ਹੋਰ ਇਹਦੀਆਂ ਗੱਲਾਂ ਬਾਤਾਂ ਸਾਹਮਣੇ ਲਿਆਂਦੀਆਂ ਸੀ ਵੀ ਇਹਦੇ 'ਚ ਏਜ ਹੋਣੀ ਚਾਹੀਦੀ ਆ, ਵੀ ਇੱਦਾਂ ਨਾ ਹੋਵੇ ਕਿ ਜਿਹੜਾ ਚਿਲਡਰਨ ਅੰਡਰ ਏਜ ਜਾਂ 2 ਸਾਲ ਤੋਂ ਘੱਟ ਬੱਚੇ ਨੂੰ ਕੋਈ ਪਤਾ ਨਹੀਂ ਕਿ ਇਹ ਫਿਜ਼ੀਕਲ ਸਜ਼ਾ ਕਿਉਂ ਦਿੱਤੀ ਜਾ ਰਹੀ, ਉਹਦੀ ਕੋਈ ਸੁਧਾਰ ਨਹੀਂ ਹੋਣਾ ਉਹਦੇ ਨਾਲ, ਉਹ ਮਤਲਬ 100% ਗਲਤ ਆ ਉੱਥੇ। ਵੀ ਜਿਹੜੀ ਜਾਂ ਉਹਦੇ ਬੱਚੇ ਨੂੰ ਡਿਵੈਲਪਮੈਂਟਲੀ ਕੋਈ ਡਿਸਐਡਵਾਂਟੇਜ ਨਾ ਹੋਵੇ ਇਹਦੇ ਨਾਲ,
ਜਾਂ ਉਹਦਾ ਕੋਈ ਇਹਦੇ ਨਾਲ ਵੱਡਾ ਨੁਕਸਾਨ ਜਾਂ ਉਹਦੀ ਜਿਹੜੀ ਸਾਈਕੋਲੋਜੀਕਲ ਡੈਮੇਜ ਉਹਦੇ ਨਾਲ ਜਾਂ ਫਿਜ਼ੀਕਲ ਡੈਮੇਜ ਇਸ ਪਨਿਸ਼ਮੈਂਟ ਦੇ ਉਹਦੇ ਨਾਲ ਨਾ ਹੋਵੇ। ਸੋ ਬੜਾ ਕੰਟਰੋਵਰਸ਼ੀਅਲ ਇੱਕ ਕਾਨੂੰਨ ਆ ਅਤੇ ਇਹਦੇ ਉੱਤੇ ਹੁਣ ਗੱਲਬਾਤ ਚੱਲ ਰਹੀ ਆ ਕਿ ਇਹ ਸੈਕਸ਼ਨ 43 ਨੂੰ ਰੀਅਪੀਲ ਕੀਤਾ ਜਾਣਾ ਚਾਹੀਦਾ, ਇਹਨੂੰ ਦੁਬਾਰਾ ਇਹਦੇ ਉੱਤੇ ਜਿਹੜੀ ਗੱਲਬਾਤ ਕਰਨੀ ਚਾਹੀਦੀ ਆ ਅਤੇ ਨਵੇਂ ਸਿਰੇ ਤੋਂ ਇਹਨੂੰ ਲਾਗੂ ਕਰਨਾ ਚਾਹੀਦਾ ਤਾਂ ਕਿ ਇਹਨੂੰ ਦੁਬਾਰਾ ਠੀਕ ਠਾਕ ਕੀਤਾ ਜਾ ਸਕੇ। ਵੈਨਕੂਵਰ ਦੇ ਸਕੂਲ ਦਾ ਇੱਕ ਰੌਲਾ ਪਿਆ ਸੀ ਖਾਣ ਵਾਲੀ ਜਿਹੜੀ ਖਾਣੇ ਦੇ ਸੰਬੰਧ ਦੇ ਵਿੱਚ। ਵੈਂਡਿੰਗ ਮਸ਼ੀਨਾਂ ਸਕੂਲਾਂ ਦੇ ਵਿੱਚ ਹੁੰਦੀਆਂ ਜਿਹਦੇ ਵਿੱਚ ਆਪਾਂ ਕਾਰਡ ਜਾਂ ਉਹ ਪੈਸੇ ਪਾ ਕੇ ਅਤੇ ਉਹਦੇ ਵਿੱਚੋਂ ਕੋਈ ਡਰਿੰਕ ਜਾਂ ਕੋਈ ਖਾਣ ਵਾਲੀ ਚੀਜ਼ ਕੱਢ ਲੈਂਦੇ ਹਾਂ। ਉਹ ਸਕੂਲਾਂ ਦੇ ਵਿੱਚ ਵੈਂਡਿੰਗ ਮਸ਼ੀਨਾਂ ਆਮ ਤੌਰ ਦੇ ਉੱਤੇ ਹੁੰਦੀਆਂ। ਇੱਕ ਵੈਂਡਿੰਗ ਮਸ਼ੀਨ ਦਾ ਜਿਹੜਾ ਮਾਲਕ ਸੀ ਜਾਂ ਵੈਂਡਿੰਗ ਮਸ਼ੀਨ ਕੰਪਨੀ ਸੀ, ਉਹਦਾ ਵੈਨਕੂਵਰ ਸਕੂਲ ਡਿਸਟ੍ਰਿਕਟ ਦੇ ਨਾਲ ਰੌਲਾ ਪੈ ਗਿਆ ਸੀ। ਇਹਨਾਂ ਦਾ ਆਪਸ ਦੇ ਵਿੱਚ ਕੇਸ ਚੱਲਿਆ 1 ਸਾਲ, ਅਤੇ ਉਹ ਕੇਸ ਦਾ ਫੈਸਲਾ ਹੁਣ ਉਹ ਜਿਹੜੀ ਵੈਂਡਿੰਗ ਕੰਪਨੀ ਸੀਗੀ, ਵੈਂਡਿੰਗ ਮਸ਼ੀਨ ਵਾਲੀ ਕੰਪਨੀ ਸੀਗੀ, ਉਹਦੇ ਹੱਕ ਦੇ ਵਿੱਚ ਆ ਗਿਆ। ਅੱਜ ਜਿਹੜਾ ਇਹ 1 ਸਾਲ ਲੰਬਾ ਡਿਸਪਿਊਟ ਸੀ ਇਹ ਖਤਮ ਹੋਇਆ, ਜਿਹਦੇ ਵਿੱਚ ਜਿਹੜਾ ਵੈਨਕੂਵਰ ਸਕੂਲ ਬੋਰਡ ਸੀ ਉਹ ਇਹ ਕਹਿ ਰਿਹਾ ਸੀ ਕਿ ਸਾਡੇ ਬੱਚਿਆਂ ਨੂੰ ਅਨਹੈਲਦੀ ਸਨੈਕਸ ਦਿੱਤੇ ਜਾ ਰਹੇ ਆ ਅਤੇ ਸਾਡੀ ਪ੍ਰਾਈਵੇਸੀ ਬਰੀਚਿੰਗ ਕੀਤੀ ਆ ਇੰਸਟੈਂਟ ਨੂਡਲਸ ਦੀਆਂ ਫੋਟੋ ਖਿੱਚ ਕੇ। ਹੁਣ ਉਹ ਕੋਰਟ ਨੇ ਇਹ ਕਿਹਾ ਆ ਕਿ ਸਕੂਲ ਬੋਰਡ ਨੇ ਜਿਹੜਾ ਪੌਲ ਮਾ ਵਿਅਕਤੀ ਹੈ ਜਿਹਦਾ ਕੌਂਟਰੈਕਟ ਸੀਗਾ, ਉਹਦਾ ਕੌਂਟਰੈਕਟ ਸਕੂਲ ਬੋਰਡ ਨੇ ਕੈਂਸਲ ਕਰ ਦਿੱਤਾ ਸੀ। ਮਤਲਬ ਸਕੂਲ ਵਾਲੇ ਇਹਨਾਂ ਵੈਂਡਿੰਗ ਮਸ਼ੀਨ ਕੰਪਨੀ ਨੂੰ ਠੇਕਾ ਦਿੰਦੇ ਆ ਵੀ 1 ਸਾਲ ਤੁਸੀਂ ਆਹ ਸਮਾਨ ਰੱਖਣਾ, ਉਹਦੇ ਸ਼ਰਤਾਂ ਹੁੰਦੀਆਂ ਵੀ ਇਹਦੇ 'ਚ ਇੰਨੀਆਂ ਆਹ ਰੱਖ ਸਕਦੇ, ਇੰਨੀਆਂ ਆਹ ਰੱਖ ਸਕਦੇ ਹਾਂ। ਅਤੇ ਉਹ ਕਹਿੰਦੇ ਵੀ ਸਕੂਲ ਬੋਰਡ ਕਹਿੰਦਾ ਸੀ ਇਹਨੇ ਇਹ ਗਲਤ ਕੀਤਾ ਹੈ ਅਤੇ ਇਸ ਕਰਕੇ ਅਸੀਂ ਇਹਦਾ ਕੌਂਟਰੈਕਟ ਤੋੜ ਰਹੇ ਹਾਂ। ਕੋਰਟ ਕਹਿੰਦੀ ਵੀ ਤੁਸੀਂ ਗਲਤ ਕੌਂਟਰੈਕਟ ਤੋੜਿਆ। ਸਕੂਲ ਬੋਰਡ ਕਹਿੰਦੇ ਫਰਸਟਰੇਟ, ਕੋਰਟ ਕਹਿ ਰਹੀ ਹੈ ਕਿ ਸਕੂਲ ਬੋਰਡ ਫਰਸਟਰੇਟ ਹੋ ਗਿਆ ਸੀ ਕਿਉਂਕਿ ਮਾਂ ਦਾ ਡਿਸਟਰਪਟਿਵ ਬਿਹੇਵੀਅਰ ਸੀਗਾ। ਅਤੇ ਜਿਹੜਾ BC ਪ੍ਰੋਵਿੰਸ਼ੀਅਲ ਕੋਰਟ ਦੇ ਜੱਜ ਨੇ ਉਹਨਾਂ ਨੇ ਇਹਦੇ ਬਾਰੇ ਇਹ ਚੀਜ਼ ਵੀ ਲਿਖੀ। ਉਹ ਕਹਿੰਦੇ ਮੈਨੂੰ ਨਹੀਂ ਲੱਗਦਾ ਕਿ ਕੋਈ ਡਿਸਟਰਪਟਿਵ ਕੰਡਕਟ ਸੀਗਾ ਅਤੇ ਜਿਹਦੇ ਕਰਕੇ ਇਹ ਕੌਂਟਰੈਕਟ ਤੋੜਿਆ ਗਿਆ। ਸੋ ਜਿਹੜੀ ਫੂਡ ਫਾਈਟ ਸੀ, ਪੋਹੂ ਮਾ ਜਿਹਨੂੰ ਪੌਲ ਮਾ ਵੀ ਕਹਿੰਦੇ ਆ, ਉਹਨੇ ਵੈਂਡਿੰਗ ਮਸ਼ੀਨਾਂ ਆਪਣੀਆਂ ਵੈਂਟੈਕ ਸੈਕੰਡਰੀ ਸਕੂਲ ਈਸਟ ਬ੍ਰੌਡਵੇ ਦੇ ਉੱਤੇ ਸਤੰਬਰ 2015 ਦੇ ਵਿੱਚ ਇੰਸਟਾਲ ਕਰ ਦਿੱਤੀਆਂ। ਉਹਦਾ ਕੰਟਰੈਕਟ ਬੋਰਡ ਦੇ ਨਾਲ ਇਹ ਕਹਿੰਦਾ ਸੀ ਕਿ ਮਸ਼ੀਨ ਉੱਥੇ ਰਹਿਣਗੀਆਂ 5 ਸਾਲਾਂ ਦੇ ਲਈ ਅਤੇ 5 ਸਾਲਾਂ ਤੱਕ ਉਹ ਇਹਦੇ ਵਿੱਚ ਆਪਣਾ ਫੂਡ ਰੱਖੂਗਾ ਜਿਹਦੇ ਵਿੱਚ ਹੈਲਦੀ ਆਪਸ਼ਨਸ ਵੀ ਹੋਣਗੀਆਂ। ਹੈਲਦੀ ਆਪਸ਼ਨਸ ਦੇ ਵਿੱਚ ਮੰਨਦੇ ਆ ਕਿ ਪਾਣੀ ਹੋਊਗਾ, ਜੂਸ ਹੋਊਗਾ ਅਤੇ ਮਿਲਕ ਵੀ ਹੋਊਗਾ, ਨਾ ਕਿ ਸਾਰੀਆਂ ਜਿਹੜੀਆਂ ਸ਼ੂਗਰੀ ਡਰਿੰਕਸ ਹੋਣਗੀਆਂ ਜਿੱਦਾਂ ਪੌਪਸ ਨੇ ਜਾਂ ਪ੍ਰੋਵਿੰਸ਼ੀਅਲ ਗਾਈਡਲਾਈਨਸ ਨੇ ਅਸਲ ਦੇ ਵਿੱਚ ਕਿ ਕਿਹੜੀ ਚੀਜ਼ ਹੈਲਦੀ ਹੈ, ਕਿਹੜੀ ਚੀਜ਼ ਹੈਲਦੀ ਨਹੀਂ ਹੈ। ਇਹ ਦੁੱਧ, ਪਾਣੀ, ਜੂਸ ਇਹਨੂੰ ਹੈਲਦੀ ਮੰਨਦੇ ਆ, ਬਾਕੀ ਜਿਹੜੇ ਪੌਪਸ ਹੁੰਦੇ ਆ ਜਾਂ ਹੋਰ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਇਹ ਹੈਲਦੀ ਨਹੀਂ ਮੰਨਦੇ। ਹੁਣ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘੱਟੋ ਘੱਟ ਅੱਧੇ ਪ੍ਰੀ ਪੈਕੇਜ ਫੂਡ ਅਤੇ ਜਿਹੜੇ ਬਿਵਰੇਜਸ ਹੁੰਦੀਆਂ, ਇਹ ਪੀਣ ਵਾਲੀਆਂ ਚੀਜ਼ਾਂ, ਜਿੱਥੇ ਕਿਤੇ ਵੀ ਇਹ ਵੈਂਡਿੰਗ ਮਸ਼ੀਨਾਂ ਪਈਆਂ ਆ ਉਹ ਹੈਲਦੀ ਹੋਣੀਆਂ ਚਾਹੀਦੀਆਂ। ਪਰ ਅੱਧੀਆਂ ਜ਼ਰੂਰ ਉਹ ਹੋਣੀਆਂ ਚਾਹੀਦੀਆਂ, ਬਾਕੀ ਅੱਧੀਆਂ ਜਿਹੜੀਆਂ ਮਰਜ਼ੀ ਉਹਨਾਂ ਦੀਆਂ ਮਰਜ਼ੀ ਦੀਆਂ ਹੋ ਸਕਦੀਆਂ ਵੈਂਡਿੰਗ ਮਸ਼ੀਨ ਦੇ ਮਾਲਕ ਦੀਆਂ। ਸਾਲ ਦੇ ਵਿੱਚ ਕਹਿੰਦੇ ਜਿਹੜੀਆਂ ਇਹ ਮਸ਼ੀਨਾਂ ਸੀਗੀਆਂ ਜਿਹੜੀਆਂ ਵੈਂਟੈਕ ਦੀਆਂ ਸੀਗੀਆਂ ਮਾਂ ਅਤੇ ਸਕੂਲ ਦੇ ਵਿੱਚ ਡਿਸਟ੍ਰਿਕਟਸ ਦੇ ਵਿੱਚ ਜਿਹੜਾ ਉਹ ਕਹਿੰਦੇ ਔਡ ਸਟਾਕ ਸੀਗਾ ਕੁਛ ਸਮੇਂ ਦੇ ਵਿੱਚ ਵੀ ਜਿਹੜੀਆਂ ਗਾਈਡਲਾਈਨ ਸੀਗੀਆਂ ਇਹਨਾਂ ਨੇ ਵੈਂਡਿੰਗ ਮਸ਼ੀਨਸ ਦੇ ਵਿੱਚ ਉਸ ਤਰੀਕੇ ਦੇ ਨਾਲ ਉਹ ਸਮਾਨ ਨਹੀਂ ਰੱਖੀਆਂ ਅਤੇ ਉਹਨਾਂ ਨੇ ਇਹਨਾਂ ਦਾ ਕੌਂਟਰੈਕਟ ਕੈਂਸਲ ਕਰ ਦਿੱਤਾ। ਉਹ ਕਹਿੰਦੇ ਅਸੀਂ ਲੈਟਰ ਭੇਜੀ ਸੀ ਇਹਨਾਂ ਨੂੰ ਵੀ ਤੁਸੀਂ ਤੁਹਾਡਾ ਸਮਾਨ ਠੀਕ ਨਹੀਂ ਆ ਅਤੇ ਤੁਸੀਂ ਬਾਰ-ਬਾਰ ਇਹ ਨਿਯਮ ਤੋੜ ਰਹੇ ਆ। ਸਾਡਾ ਜਿਹੜੇ ਰੌਲਾ ਪਿਆ ਸੀ ਇੰਸਟੈਂਟ ਨੂਡਲਸ ਤੋਂ, ਵੀ ਇੰਸਟੈਂਟ ਨੂਡਲਸ ਦੇ ਪੈਕਟ ਤੁਹਾਡੀ ਵੈਂਡਿੰਗ ਮਸ਼ੀਨ ਦੇ ਵਿੱਚ ਹੈਗੇ, ਹੈਲਦੀ ਨਹੀਂ ਹੈ ਅਤੇ ਕੰਸਿਸਟੈਂਟਲੀ ਉਹ ਕਹਿੰਦੇ ਤੁਸੀਂ ਬਰੀਚ ਕੀਤਾ ਇਹਨੂੰ ਅਨਹੈਲਦੀ ਸਨੈਕਸ ਦੇ ਨਾਲ, ਐਕਸਪਾਇਰਡ ਫੂਡ ਦੇ ਨਾਲ ਅਤੇ ਟੋਇਜ਼ ਦੇ ਨਾਲ। ਜਿਹੜੀਆਂ ਚੀਜ਼ਾਂ ਐਕਸਪਾਇਰ ਹੋ ਗਈਆਂ ਤੁਸੀਂ ਉਹ ਜਿਹੜੀ ਉਹਦੇ ਵਿੱਚ ਰੱਖੀਆਂ। 217 ਤੱਕ ਇਹ ਰੌਲਾ ਵੱਧਦਾ ਜ਼ਿਆਦਾ ਪਹੁੰਚ ਗਿਆ। ਜਿਹੜਾ ਵੈਂਡਿੰਗ ਮਸ਼ੀਨ ਦਾ ਮਾਲਕ ਸੀ ਉਹ ਇਹ ਕਹਿ ਰਹੇ ਆ, ਜਾਂ ਵੈਂਡਿੰਗ ਮਸ਼ੀਨ ਦੀ ਜਿਹੜੀ ਕੰਪਨੀ ਆ ਉਹ ਇਹ ਕਹਿ ਰਹੇ ਆ ਕਿ ਉਹਦੇ ਅੰਦਰ ਹੀ ਤੁਹਾਡੇ ਇੱਕ ਹੋਰ ਸ਼ੌਪ ਆ ਸਕੂਲ ਦੇ ਜਿਹੜੀ ਬੈਂਡ ਇੰਸਟੈਂਟ ਨੂਡਲਸ, ਜਿਹੜੀਆਂ ਨੂਡਲਸ ਹੁੰਦੀਆਂ ਉਸੇ ਵੇਲੇ ਤਿਆਰ ਹੋ ਜਾਂਦੀਆਂ, ਉਹ ਵੇਚ ਰਹੀ ਹੈ। ਇੰਡੀਪੈਂਡੈਂਟ ਸਮਰ ਸਕੂਲ ਦੇ ਸਟੂਡੈਂਟਸ ਹੁੰਦੇ ਜਦੋਂ ਸਮਰ ਸਕੂਲ ਲੱਗਦੇ ਆ ਵੀ ਤੁਹਾਡੇ ਸਕੂਲ ਦੇ ਵਿੱਚ ਹੀ ਇੱਕ ਦੁਕਾਨ ਦੇ ਉੱਤੇ ਇਹ ਨੂਡਲਸ ਵਿਕ ਰਹੀਆਂ ਤਾਂ ਠੀਕ ਆ, ਜੇ ਸਾਡੀ ਵੈਂਡਿੰਗ ਮਸ਼ੀਨ ਦੇ ਵਿੱਚ ਪਈਆਂ ਤਾਂ ਇਹ ਤੁਸੀਂ ਗਲਤ ਕਹਿ ਰਹੇ ਹੋ। ਅਤੇ ਉਹਦੇ ਤੋਂ ਬਾਅਦ ਫਿਰ ਅਗਲੀ ਗੱਲਬਾਤ ਜਿਹੜੀ ਬਾਅਦ ਦੇ ਵਿੱਚ ਉਹ ਬੰਦਾ ਅੰਦਰ ਗਿਆ ਅਤੇ ਉਹਨੇ ਉੱਥੇ ਜਾ ਕੇ ਫੋਟੋ ਖਿੱਚ ਲਈਆਂ ਉਹਨਾਂ ਨੂਡਲਸ ਦੀਆਂ ਅਤੇ ਬਾਹਰ ਲਿਆ ਕੇ ਉਹਨੇ ਦੱਸ ਦਿੱਤੀਆਂ। ਹੁਣ ਇਹ ਵੀ ਇਹਨਾਂ 'ਤੇ ਤੈਜੇ ਲਾਇਆ ਗਿਆ ਸੀ ਉਹਨੂੰ। ਉਹ ਕਹਿੰਦੇ ਵੀ ਤੁਸੀਂ ਇਹਨੂੰ ਪ੍ਰਾਈਵੇਸੀ ਸਾਡੀ ਜਿਹੜੀ ਪਾਲਿਸੀ ਆ ਉਹਨੂੰ ਜਿਹੜਾ ਮਤਲਬ ਉਹਨੂੰ ਵਾਇਓਲੇਟ ਕੀਤਾ। ਅਤੇ ਉਹ ਹੁਣ ਵਿਅਕਤੀ ਕਹਿ ਰਿਹਾ ਕਿ ਮੈਨੂੰ ਪਤਾ ਹੀ ਨਹੀਂ ਸੀ ਜਾਂ ਮੈਨੂੰ ਕਿਸੇ ਨੇ ਦੱਸਿਆ ਹੀ ਨਹੀਂ ਕਿ ਜਿਹੜੀ ਪ੍ਰਾਈਵੇਟ ਪਾਲਿਸੀ ਆ ਉਹ ਤੁਹਾਡੀ ਪ੍ਰਾਈਵੇਸੀ ਪਾਲਿਸੀ ਹੈ ਕੀ, ਅਤੇ ਮੈਂ ਜਿਹੜੀਆਂ ਉਹਦੀਆਂ ਫੋਟੋ ਤਾਂ ਲੈ ਲਈਆਂ।
ਤੇ ਦੂਜਾ ਫਿਰ ਇਹ ਲੱਗਿਆ ਗਿਆ ਕਿ ਜਿਹੜਾ ਸਮਰ ਸਕੂਲਸ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਉੱਤੇ ਇਹ ਨਿਯਮ ਲਾਗੂ ਨਹੀਂ ਹੁੰਦੇ ਜਿਸ ਤਰ੍ਹਾਂ ਦੇ ਨਿਯਮ ਰੈਗੂਲਰ ਸਕੂਲਸ ਦੇ ਉੱਤੇ ਲਾਗੂ ਹੁੰਦੇ ਆ, ਤੇ ਇਸ ਕਰਕੇ ਉਹਦਾ ਕੰਟਰੈਕਟ ਜਿਹੜਾ ਸੀ ਟਰਮੀਨੇਟ ਕਰ ਦਿੱਤਾ ਗਿਆ। ਤੇ ਉਹਨੂੰ ਮਾਂ ਨੂੰ ਹੁਣ ਕਹਿੰਦੇ ਆ ਕਿ $1000 ਜਿਹੜਾ ਨੋਮੀਨਲ ਡੈਮੇਜ ਜਿਹੜਾ ਹੋਇਆ ਕੰਟਰੈਕਟ ਦੇ ਬ੍ਰੀਚ ਕਰਨ ਦਾ ਦਿੱਤਾ ਗਿਆ। ਇਹ ਬੰਦਾ ਕਹਿੰਦਾ ਸੀ ਵੀ $3 ਲੱਖ ਘੱਟੋ ਘੱਟ ਸਾਨੂੰ ਦਿਓ, ਮੇਰਾ ਜਿੰਨਾ ਬਿਜ਼ਨਸ ਦਾ ਨੁਕਸਾਨ ਹੋਇਆ। ਜੱਜ ਕਹਿੰਦੇ ਵੀ ਇੰਨਾ ਨੁਕਸਾਨ ਤੁਹਾਡਾ ਨਹੀਂ ਹੋਇਆ ਜਿੰਨਾ ਤੁਸੀਂ ਦਾਅਵਾ ਕਰ ਰਹੇ ਹੋ। ਅਗਲੀ ਖਬਰ ਦੋਸਤੋ ਜਿਹੜੀ ਅਲਬਰਟਾ ਤੋਂ ਆ। ਅਲਬਰਟਾ ਦੇ ਵਿੱਚ ਜਿਹੜੀਆਂ ਔਰਤਾਂ ਨੇ ਸ਼ੈਲਟਰ ਦੀ ਮੰਗ ਕਰ ਰਹੀਆਂ ਉਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਆ। ਐਮਰਜੈਂਸੀ ਸ਼ੈਲਟਰਸ ਦੇ ਵਿੱਚ ਆਉਣ ਵਾਲੀਆਂ ਅਲਬਰਟਾ ਕਾਉਂਸਲ ਆਫ ਵੂਮਨਸ ਸ਼ੈਲਟਰਸ ਨੇ ਰਿਪੋਰਟ ਦਿੱਤੀ ਹੈ ਕਿ ਅਪ੍ਰੈਲ 1 ਪਿਛਲੇ ਸਾਲ ਤੋਂ ਲੈ ਕੇ 31 ਮਾਰਚ ਇਸ ਸਾਲ ਤੱਕ ਅਲਬਰਟਾ ਦੇ ਵਿੱਚ ਔਰਤਾਂ ਦੇ ਸ਼ੈਲਟਰ ਦੇ ਵਿੱਚ 65,000 ਤੋਂ ਜ਼ਿਆਦਾ ਕਾਲਸ ਆਈਆਂ ਜਿਨ੍ਹਾਂ ਨੂੰ ਸਪੋਰਟ ਚਾਹੀਦੀ ਸੀ। ਇਹ 25% ਪਿਛਲੇ ਸਾਲ ਨਾਲੋਂ ਜ਼ਿਆਦਾ ਨੇ। ਐਮਰਜੈਂਸੀ ਐਡਮਿਸ਼ਨ ਵੀ ਇਸ ਵੇਲੇ ਕੁਆਟਰ ਤੋਂ 6,999 ਤੱਕ ਪਹੁੰਚ ਗਈ। ਰਿਪੋਰਟ ਇਹ ਦੱਸਦੀ ਆ ਕਿ ਇਹਨਾਂ ਸ਼ੈਲਟਰਸ ਨੂੰ ਵੱਡਾ ਕ੍ਰਾਈਸਿਸ, ਮਤਲਬ ਜਿਹੜੀਆਂ ਵੀ ਔਰਤਾਂ ਨੂੰ ਕਿਤੇ ਕੋਈ ਥਾਂ ਨਹੀਂ ਮਿਲਦੀ, ਉਹਨਾਂ ਨੂੰ ਲੋੜ ਆ ਸ਼ੈਲਟਰ ਦੀ, ਤੇ ਉਹ ਇੱਥੇ ਆਉਂਦੀਆਂ। ਰਿਪੋਰਟ ਇਹ ਦੱਸ ਰਹੀ ਆ ਕਿ ਇਹਨਾਂ ਸ਼ੈਲਟਰ ਦੇ ਵਿੱਚ ਸਟਾਫਿੰਗ ਕ੍ਰਾਈਸਿਸ ਆ, ਮਤਲਬ ਉੱਥੇ ਸਟਾਫ ਹੈ ਨਹੀਂਗਾ, ਤੇ ਉਹਦਾ ਹੁਣ ਪ੍ਰੈਸ਼ਰ ਉਹਨਾਂ 'ਤੇ ਪੈ ਰਿਹਾ। ਤੇ ਦੂਜਾ ਡੋਨੇਸ਼ਨ ਡਰੋਪ ਹੋ ਗਈ ਹੈ, ਇਸ ਕਰਕੇ ਉਹ ਇਸ ਵੇਲੇ ਬੇਵਸ ਨੇ। ਜਿੰਨੀ ਕਪੈਸਿਟੀ ਉਹਨਾਂ ਦੇ ਉੱਤੇ ਲਾਈ ਗਈ ਆ ਉਹ ਕਪੈਸਿਟੀ ਤੋਂ ਜ਼ਿਆਦਾ ਨੇ। ਤਾਂ ਇਹਦੇ ਵਿੱਚ ਸ਼ੈਲਟਰਸ ਜਿਹੜੇ ਆ 28,000 ਔਰਤਾਂ ਸੀਨੀਅਰਸ ਤੇ ਬੱਚਿਆਂ ਨੂੰ ਪਿਛਲੇ ਸਾਲ ਦੇ ਵਿੱਚ ਉਹਨੇ ਰੱਖਿਆ, ਜਿਹੜਾ ਕਿ 52% ਵੱਧ ਆਇਆ। ਅੱਧੇ ਤੋਂ ਜ਼ਿਆਦਾ ਐਡਮਿਸ਼ਨ ਰਿਫਿਊਜ਼ਲ, ਮਤਲਬ ਔਰਤਾਂ ਸ਼ੈਲਟਰ ਦੇ ਵਿੱਚ ਫੋਨ ਕਰਦੀਆਂ ਜਾਂ ਆਪ ਆਉਂਦੀਆਂ। ਅੱਧੇ ਤੋਂ ਜ਼ਿਆਦਾ ਰਿਫਿਊਜ਼ਲ ਇਸ ਕਰਕੇ ਹੋ ਰਹੀ ਆ ਕਿਉਂਕਿ ਉਹ ਫੁੱਲ ਨੇ, ਉਹਨਾਂ ਦੇ ਕੋਲ ਥਾਂ ਹੀ ਹੈ ਨਹੀਂ ਗੀ। ਦੂਜਾ ਸਟਾਫ ਸ਼ਾਰਟੇਜ ਆ, ਤੀਜਾ ਉਹਨਾਂ ਦੇ ਕੋਲ ਜਿਹੜੇ ਰਿਸੋਰਸਿਸ ਉਹ ਹੈ ਨਹੀਂ ਗੇ। ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਇਹਨਾਂ ਲੋੜਵੰਦ ਔਰਤਾਂ ਦੇ ਉੱਤੇ ਪੈ ਰਿਹਾ ਆ, ਤੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਇਹਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਨਾ ਚਾਹੀਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।